ਗੱਲਬਾਤ ਆਪਣੀ ਸਾਂਝੀ ਕਰਨੀ। ਡਾਕਟਰ ਗੁਰਜਿੰਦਰ ਸਿੰਘ ਬਰਾੜ। ਦਸਮੇਸ਼ ਖਾਲਸਾ ਮੁਕਤਸਰ ਸਾਹਿਬ ਵੱਲੋਂ ਲੈਕਚਰਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਅਸੀਂ ਅੱਜ ਆਪਣਾ ਪਹਿਲਾ ਲੈਕਚਰ ਸ਼ੁਰੂ ਕਰ ਰਹੇ ਹਾਂ। ਉਸ ਦੇ ਵਿੱਚ ਵਿਦਵਾਨ ਤੇ ਪੰਜਾਬੀ ਦੇ ਸਾਹਿਤਕਾਰ ਦੇਸਰਾਜ ਕਾਲੀ ਜੀ ਸਾਡੇ ਨਾਲ ਅੱਜ ਆਨਲਾਈਨ ਸ਼ਾਮਲ ਹੋਏ ਨੇ। ਉਹਨਾਂ ਦਾ ਸਾਡੇ ਨਾਲ ਸ਼ਾਮਲ ਹੋਣ ਤੇ ਪ੍ਰਬੰਧਕੀ ਕਮੇਟੀ ਵੱਲੋਂ ਸਰਦਾਰ ਬੀਰਿੰਦਰ ਸਿੰਘ ਜੀ ਬਰਾੜ ਚੇਅਰਮੈਨ, ਸਰਦਾਰ ਉਪਿੰਦਰਪਾਲ ਸਿੰਘ ਜੀ ਸੰਧੂ ਜਨਰਲ ਸਕੱਤਰ, ਪ੍ਰਿੰਸੀਪਲ ਸਟਾਫ ਤੇ ਸਮੂਹ ਵਿਦਿਆਰਥੀਆਂ ਵੱਲੋਂ ਜੀ ਆਇਆਂ ਕਿਹਾ ਜਾਂਦਾ ਹੈ। ਮੈਂ ਜਿੰਨੇ ਵੀ ਵਿਦਵਾਨ ਸਾਹਿਤਕਾਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ। ਤੇ ਦੇਸਰਾਜ ਕਾਲੀ ਜੀ ਜਿਨ੍ਹਾਂ ਨੇ ਆਪਣਾ ਵਿਸ਼ੇਸ਼ ਆਪਣਾ ਸਮਾਂ ਕੱਢ ਕੇ ਸਾਨੂੰ ਦਿੱਤਾ ਹੈ, ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਤੇ ਉਹ ਇੱਥੇ ਸਾਡੇ ਨਾਲ ਜੁੜਨ ਤੇ ਅਸੀਂ ਉਹਨਾਂ ਦਾ ਜੀ ਆਇਆਂ ਕਹਿੰਦੇ ਹਾਂ। ਅਗਲੀ ਕਾਰਵਾਈ ਦੇ ਲਈ ਮੈਂ ਪ੍ਰੋਫੈਸਰ ਲਖਵੀਰ ਸਿੰਘ ਨੂੰ ਸੱਦਾ ਦਿੰਦਾ ਹਾਂ ਕਿ ਉਹ ਅਗਲੀ ਕਾਰਵਾਈ ਆਪਣੀ ਕਰਨ। ਬਹੁਤ ਬਹੁਤ ਧੰਨਵਾਦ ਸਰ ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ। ਅਸੀਂ ਹੁਣ ਅਗਲੀ ਮੈਂ ਜਿਹੜਾ ਗੱਲ ਆ ਡਾਕਟਰ ਦੇਸਰਾਜ ਕਾਲੀ ਜੀ ਨਾਲ ਅਸੀਂ ਤੋਰਾਂਗੇ। ਇਸ ਟੌਪਿਕ ਤੇ ਮਰੋ ਵੇ ਜੋਗੀ ਮਰੋ, ਮਰੋ ਮਰਨ ਹੈ ਮੀਠਾ। ਇਸ ਟੌਪਿਕ ਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਦੇਸਰਾਜ ਕਾਲੀ ਜੀ ਨਾਲ ਜਿਹੜੇ ਕਿ ਪੰਜਾਬੀ ਦੇ ਬੜੇ ਪ੍ਰਸਿੱਧ ਜਿਹੜੇ ਕਥਾਕਾਰ ਨੇ ਤੇ ਬੜੇ ਜਿਹੜੇ ਚਲੰਤ ਮਸਲੇ ਨੇ ਤੇ ਪੰਜਾਬੀ ਸਾਹਿਤ ਦੇ ਵਿੱਚ ਜਿਹੜੇ ਹਾਸ਼ੀਆਗਤ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਲਗਾਤਾਰ ਜਿਹੜੀ ਆਪਣੀ ਗੱਲਬਾਤ ਆ ਉਹ ਵਿਭਿੰਨ ਪਲੇਟਫਾਰਮਾਂ ਦੇ ਉੱਤੇ ਕਰਦੇ ਰਹਿੰਦੇ ਨੇ। ਉਹਨਾਂ ਦੇ ਨਾਲ ਇੱਕ ਮੈਂ ਥੋੜੇ ਜਿਹੇ ਸਮੇਂ ਦੇ ਵਿੱਚ ਰਸਮੀ ਜਾਣ ਪਛਾਣ ਸਾਡੇ ਸਰੋਤਿਆਂ ਦੀ ਕਰਵਾਵਾਂਗਾ ਕਿ ਉਸ ਤੋਂ ਬਾਅਦ ਅਸੀਂ ਲੈਕਚਰ ਆ ਜਿਹੜਾ ਸ਼ੁਰੂ ਕਰਾਂਗੇ। ਡਾਕਟਰ ਦੇਸਰਾਜ ਕਾਲੀ ਜੀ ਨੂੰ ਸਾਡੇ ਪੰਜਾਬੀ ਸਾਹਿਤ ਦੇ ਜਿਹੜੇ ਪਾਠਕ ਨੇ ਇੱਕ ਪ੍ਰਸਿੱਧ ਕਥਾਕਾਰ ਦੇ ਰੂਪ ਦੇ ਵਿੱਚ ਦੇਖਦੇ ਨੇ। ਉਹਨਾਂ ਦੇ ਅਸੀਂ ਜੇ ਬਰੀਫ ਦੇ ਵਿੱਚ ਗੱਲ ਕਰੀਏ, ਉਹਨਾਂ ਦੇ ਕਹਾਣੀ ਸੰਗ੍ਰਹਿ ਕਥ ਕਾਲੀ ਫਕੀਰੀ ਜਹਾਂ ਚਾਹੇ ਅੱਛੀ ਨਹੀਂ ਬਣਤੀ, ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ। ਨਾਵਲ ਪਰਮੇਸ਼ਵਰੀ, ਅੰਤਹੀਨ, ਸ਼ਾਂਤੀ ਪਰਵ, ਪ੍ਰਥਮ ਪ੍ਰਾਣ, ਸ਼ਹਿਰ ਵਿੱਚ ਸਾਨ ਹੋਣ ਦਾ ਮਤਲਬ, ਇਹ ਉਹਨਾਂ ਦੇ ਨਾਵਲ ਨੇ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਖੋਜ ਕਾਰਜ ਵੀ, ਮਸਲਨ ਹੁਣ ਤੱਕ ਪਾਲ ਕੌਰ ਦੀ ਹੁਣ ਤੱਕ ਦੀ ਜਿਹੜੀ ਕਵਿਤਾ ਉਹਦੇ ਉੱਤੇ ਉਹਨਾਂ ਦੀ ਕਿਤਾਬ ਆ ਜਿਹੜੀ ਉਹ ਖੋਜ ਕਾਰਜ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ। ਬਰਖਲਾਫ, ਬਜਾਤੇ ਖੁਦਾ, ਸਰਬਜੀਤ ਕੌਰ ਸੋਹਲ ਦੀ ਜਿਹੜੀ ਸਾਡੀ ਕਵਿਤਰੀ ਆ ਉਹਦੀ ਜਿਹੜੀ ਸੰਪੂਰਨ ਕਵਿਤਾ ਉਹਦੇ ਬਾਰੇ ਉਹਨਾਂ ਦੀ ਖੋਜ ਕਾਰਜ ਦੀ ਇੱਕ ਕਿਤਾਬ ਪ੍ਰਕਾਸ਼ਿਤ ਹੋ ਚੁੱਕੀ ਹੈ। ਅਸੀਂ ਸਾਰੇ ਯੁੱਧ ਸਾਥੀ ਹਾਂ, ਪਾਸ਼ ਤੇ ਲਾਲ ਸਿੰਘ ਦਿਲ ਦੀ ਜਿਹੜੀ ਕਵਿਤਾ ਤੇ ਉਹਨਾਂ ਦੇ ਖੋਜ ਕਾਰਜ ਦੀ ਜਿਹੜੀ ਕਿਤਾਬ ਆ ਪ੍ਰਕਾਸ਼ਿਤ ਹੋ ਚੁੱਕੀ ਆ। ਇਸ ਤੋਂ ਇਲਾਵਾ ਉਹਨਾਂ ਨੇ ਗਦਰ ਲਹਿਰ ਦੇ ਉੱਤੇ ਮਹੱਤਵਪੂਰਨ ਜਿਹੜਾ ਖੋਜ ਕਾਰਜ ਆ ਉਹ ਸਾਨੂੰ ਦੇਖਣ ਨੂੰ ਮਿਲਦਾ। ਉਹਨਾਂ ਦੀ ਇਹ ਦੱਸਣ ਦੇ ਹੋਏ ਮੈਨੂੰ ਖੁਸ਼ੀ ਵੀ ਹੋ ਰਹੀ ਹੈ ਤੇ ਬੜਾ ਦੇਸਰਾਜ ਕਾਲੀ ਜੀ ਦੇ ਉੱਤੇ ਪੰਜਾਬੀ ਸਾਹਿਤ ਦੇ ਉੱਤੇ ਕਥਾਕਾਰ ਦੇ ਹੋਣ ਦੇ ਰੂਪ ਦੇ ਵਿੱਚ ਬੜਾ ਮਾਣ ਵੀ ਹੋ ਰਿਹਾ ਕਿ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਨੇ ਹਿੰਦੀ, ਉਰਦੂ, ਇੰਗਲਿਸ਼, ਤਾਮਿਲ, ਬੰਗਾਲੀ, ਕਸ਼ਮੀਰੀ, ਗੁਜਰਾਤੀ, ਰਾਜਸਥਾਨੀ, ਇਹਨਾਂ ਵਿਭਿੰਨ ਭਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਾਹਿਤਕ ਰਚਨਾਵਾਂ ਨੇ ਉਹਨਾਂ ਦਾ ਅਨੁਵਾਦ ਵੀ ਹੋ ਚੁੱਕਿਆ। ਤੇ ਦੇਸਰਾਜ ਕਾਲੀ ਜੀ ਇੱਕ ਜਿਹੜਾ ਪੰਜਾਬੀ ਮੈਗਜ਼ੀਨ ਆ ਲਕੀਰ ਨਾਂ ਦਾ ਜਿਹੜਾ ਪੰਜਾਬੀ ਮੈਗਜ਼ੀਨ ਆ ਉਹਦੇ ਸੰਪਾਦਕ ਵੀ ਨੇ, ਲਗਾਤਾਰ ਉਹਦੇ ਨਾਲ ਜੁੜੇ ਹੋਏ ਨੇ ਤੇ ਉਹਦੇ ਵਿੱਚ ਖਾਸ ਤੌਰ ਤੇ ਦਲਿਤ ਤੇ ਲਿੰਗਕ ਮਸਲੇ ਨੇ ਜਿਹੜੇ ਉਹਨਾਂ ਦੇ ਬਾਰੇ ਲਗਾਤਾਰ ਲਿਖਦੇ ਨੇ ਤੇ ਬੜੀ ਖੋਜ ਕਾਰਜ ਆ ਜਿਹੜਾ ਮਹੱਤਵਪੂਰਨ ਖੋਜ ਕਾਰਜ ਆ ਉਸ ਪਰਚੇ ਦੇ ਰਾਹੀਂ ਜਿਹੜੇ ਲਗਾਤਾਰ ਪ੍ਰਕਾਸ਼ਿਤ ਵੀ ਕਰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਅਸੀਂ ਦੇਸਰਾਜ ਕਾਲੀ ਜੀ ਬਾਰੇ ਦੇਖਦੇ ਹਾਂ ਕਿ ਉਹ ਫੇਸਬੁੱਕ ਦੇ ਉੱਤੇ ਜਾਂ ਆਪਣੇ ਬਲੌਗ ਦੇ ਵਿੱਚ ਲਗਾਤਾਰ ਮਿੱਥ ਸੰਬੰਧੀ, ਇਤਿਹਾਸ ਸੰਬੰਧੀ, ਪੁਰਾਣਿਕ ਕਥਾਵਾਂ ਸੰਬੰਧੀ ਜਿਹੜੇ ਵਿਚਾਰ ਨੇ ਉਹ ਸਾਂਝੇ ਕਰਦੇ ਰਹਿੰਦੇ ਨੇ ਤੇ ਸਾਨੂੰ ਉਹਨਾਂ ਤੋਂ ਜਿਹੜੀਆਂ ਵਿਭਿੰਨ ਅੰਤਰ ਦ੍ਰਿਸ਼ਟੀਆਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ ਨੇ ਤੇ ਸਰੋਤੇ ਪੁਰਾਣ ਬਾਰੇ, ਮਿੱਥ ਬਾਰੇ ਜਾਂ ਸਾਡੇ ਭਾਰਤੀ ਇਤਿਹਾਸ ਮਿਥਿਹਾਸ ਦੇ ਵਿੱਚ ਜਿਹੜੇ ਨਾਇਕ ਨੇ ਉਹਨਾਂ ਦੇ ਬਾਰੇ ਜਿਹੜੀ ਇੱਕ ਖੂਬਸੂਰਤ ਐਂਗਲ ਤੋਂ ਜਿਹੜੀ ਜਾਣਨ ਦੀ ਕੋਸ਼ਿਸ਼ ਕਰਦੇ ਨੇ। ਤੇ ਚਲੰਤ ਮਸਲਿਆਂ ਦੇ ਉੱਤੇ ਟੀਵੀ ਦੇ ਉੱਤੇ ਲਗਾਤਾਰ ਉਹ ਜਿਹੜੇ ਆਪਣੀ ਜਿਹੜੀ ਡਿਬੇਟ ਦੇ ਵਿੱਚ ਹਿੱਸਾ ਲੈਂਦੇ ਰਹਿੰਦੇ ਨੇ ਤੇ ਪੰਜਾਬ ਬਾਰੇ, ਪੰਜਾਬੀਅਤ ਬਾਰੇ, ਪੰਜਾਬ ਦੇ ਮਸਲਿਆਂ ਬਾਰੇ ਉਹ ਲਗਾਤਾਰ ਚਰਚਾ ਜਿਹੜੀ ਟੀਵੀ ਡਿਬੇਟ ਦੇ ਵਿੱਚ ਜਿਹੜੀ ਕਰਦੇ ਰਹਿੰਦੇ ਨੇ।
ਅੱਜ ਵੀ ਮੈਨੂੰ ਸਰ ਦੱਸ ਰਹੇ ਸੀ ਕਿ ਉਹਨਾਂ ਨੇ 3 ਜਿਹੜੇ ਪ੍ਰੋਗਰਾਮ ਸੀ ਉਹ ਪਹਿਲਾਂ ਕਰਕੇ ਆਏ ਨੇ, ਉਹਨਾਂ ਦੀ ਰਿਕਾਰਡਿੰਗ ਜਿਹੜੀ ਹੋ ਕੇ ਹਟੀ ਆ। ਉਹਨਾਂ ਨੇ ਸਾਡੇ ਲਈ ਕੀਮਤੀ ਸਮਾਂ ਕੱਢਿਆ ਇੰਨੇ ਬਿਜੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ, ਜਿਹੜੇ ਇੰਨੇ ਕੁਝ ਕੁ ਪਲ ਜਿਹੜੇ ਅਸੀਂ ਉਹਨਾਂ ਦੇ ਲਵਾਂਗੇ ਕੀਮਤੀ ਪਲ, ਉਹ ਸਾਡੇ ਲਈ ਕੱਢੇ ਨੇ। ਉਹਨਾਂ ਦਾ ਅਗਾਊਂ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੇ ਇੱਕ ਮੈਂ ਖਾਸ ਤੌਰ ਤੇ ਦੱਸਦਾ ਜਾਵਾਂ ਕਿ ਜਲੰਧਰ ਦੇ ਵਿੱਚ ਉਹਨਾਂ ਨੇ ਨਾਚ ਚੌਰਾ ਨਾਂ ਦਾ ਇੱਕ ਸੰਵਾਦ ਦਾ ਕੇਂਦਰ ਜਿਹੜਾ ਸਥਾਪਿਤ ਕੀਤਾ ਹੋਇਆ, ਉਹ ਵੀ ਬੜਾ ਜਿਹੜਾ ਚਰਚਿਤ ਆ ਪੰਜਾਬੀ ਸਾਹਿਤ ਦੇ ਵਿੱਚ। ਉੱਥੋਂ ਬੜੀਆਂ ਗੱਲਾਂ ਨਿਕਲ ਕੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਅਖਬਾਰਾਂ ਦੇ ਰੂਪ ਦੇ ਵਿੱਚ ਜਾਂ ਬਾਕੀ ਜਿਹੜੇ ਸਾਧਨ ਨੇ ਉਹਨਾਂ ਦੇ ਰੂਪ ਦੇ ਵਿੱਚ ਨਿਕਲ ਕੇ ਸਾਡੇ ਸਾਹਮਣੇ ਆਉਂਦੀਆਂ ਨੇ। ਤਾਂ ਅੱਜ ਸਾਡਾ ਜਿਹੜਾ ਮਨੋਰਥ ਆ ਦੇਸਰਾਜ ਕਾਲੀ ਜੀ ਦੇ ਨਾਲ ਜੁੜਨ ਦਾ, ਉਹ ਸਿੱਧਨਾਥ ਜਿਹੜੀ ਪਰੰਪਰਾ, ਖਾਸ ਤੌਰ ਤੇ ਗੋਰਖਨਾਥ ਦੇ ਹਵਾਲੇ ਦੇ ਨਾਲ ਅਸੀਂ ਜਿਹੜੀ ਗੱਲ ਕਰਾਂਗੇ, ਉਸ ਪਰੰਪਰਾ ਦੇ ਬਾਰੇ ਜਾਣਨ ਦੀ, ਤੇ ਇਸ ਬਗੇ ਸਗੀਰ ਦੇ ਵਿੱਚ, ਇਸ ਮਹਾਦੀਪ, ਏਸ਼ੀਆ ਮਹਾਦੀਪ ਦੇ ਵਿੱਚ ਉਸ ਪਰੰਪਰਾ ਦੀ ਮਹੱਤਤਾ ਕੀ ਬਣਦੀ ਆ, ਉਸ ਪਰੰਪਰਾ ਦਾ ਇਸ ਬਗੇ ਸਗੀਰ ਤੇ ਉੱਤੇ ਕੀ ਪ੍ਰਭਾਵ ਰਿਹਾ, ਜਾਂ ਉਹਦੇ ਮੂਲ ਸਿਧਾਂਤ ਕੀ ਨੇ, ਉਹਦੀਆਂ ਧਾਰਨਾਵਾਂ ਕੀ ਆ, ਉਹਦੀ ਵਿਚਾਰਧਾਰਾ ਕੀ ਆ, ਜਾਂ ਨਾਚ ਯੋਗੀਆਂ ਦਾ ਜਿਹੜਾ ਪੰਜਾਬੀ ਜਾਂ ਜਿਹਨੂੰ ਅਸੀਂ ਭਾਰਤੀ ਭਾਸ਼ਾਵਾਂ ਦਾ ਮੁੱਢ ਦੇ ਰੂਪ ਦੇ ਵਿੱਚ, ਸਾਹਿਤ ਦੇ ਰੂਪ ਦੇ ਵਿੱਚ ਪਹਿਚਾਣਦੇ ਹਾਂ, ਉਹਦਾ ਪੰਜਾਬੀ ਮੁੱਢ ਦੇ ਨਾਲ ਕੀ ਅਭਾਵ ਵਾਸਤਾ ਬਣਦਾ, ਜਾਂ ਪੰਜਾਬੀ ਦੀ ਕਲਾਸਿਕੀ ਜਿਹੜਾ ਸਾਹਿਤ ਆ ਉਹਦੇ ਉੱਤੇ ਨਾਚ ਯੋਗੀਆਂ ਦੇ ਸਾਹਿਤ ਦਾ ਕੀ ਪ੍ਰਭਾਵ ਬਣਦਾ। ਇਹਨਾਂ ਸਾਰੇ ਵਿਸ਼ਿਆਂ ਬਾਰੇ ਜਿਹੜੀ ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ। ਮੈਂ ਸਰੋਤਿਆਂ ਨੂੰ ਦੇਸਰਾਜ ਕਾਲੀ ਜੀ ਨੂੰ ਪੇਸ਼ ਕਰਨ ਤੋਂ ਪਹਿਲਾਂ ਸਰੋਤਿਆਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੇ ਟਾਈਮਲਾਈਨ ਦੇ ਉੱਤੇ ਇਸ ਲੈਕਚਰ ਨੂੰ ਸ਼ੇਅਰ ਕਰ ਦੇਣ, ਤਾਂ ਕਿ ਵੱਧ ਤੋਂ ਵੱਧ ਦੋਸਤ ਨੇ, ਵਿਦਿਆਰਥੀ ਇਸ ਦਾ ਲਾਭ ਲੈ ਸਕਣ। ਮੈਂ ਅਧਿਆਪਕ ਸਮੂਹ, ਅਧਿਆਪਕ ਸਾਹਿਬਾਨ ਨੂੰ ਬੇਨਤੀ ਕਰਾਂਗਾ ਕਿ ਅਸੀਂ ਉਹ ਲੈਕਚਰ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਸਿਲੇਬਸੀ ਲੋੜਾਂ ਨੂੰ ਮੁੱਖ ਰੱਖ ਕੇ, ਜਿਹੜੇ ਵਿਭਿੰਨ ਸਾਡੇ ਵਕਤੇ ਨੇ ਉਹਨਾਂ ਦੀਆਂ ਅੰਤਰਦ੍ਰਿਸ਼ਟੀਆਂ ਜਾਣਨ ਦੇ ਲਈ, ਉਹਨਾਂ ਨੂੰ ਸਮਝਣ ਦੇ ਲਈ ਅਸੀਂ ਇਹ ਲੈਕਚਰ ਆਯੋਜਿਤ ਕਰ ਰਹੇ ਹਾਂ। ਤੇ ਅਧਿਆਪਕ ਸਾਹਿਬਾਨ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਨਾਲ ਇਹ ਲੈਕਚਰ ਸਾਂਝੇ ਕਰਨ, ਤਾਂ ਕਿ ਇੱਕ ਅਸਾਰੂ ਸੰਵਾਦ ਆ ਜਿਹੜਾ ਸਾਡੇ ਪੰਜਾਬੀ ਸਾਹਿਤ ਦੇ ਪ੍ਰਤੀ ਉਹ ਸਿਰਜ ਸਕੀਏ, ਅਸੀਂ ਉਹਨੂੰ ਅੱਗੇ ਲੈ ਕੇ ਜਾ ਸਕੀਏ। ਤੇ ਹੁਣ ਮੈਂ ਸਰੋਤਿਆਂ ਨੂੰ ਇਹ ਜਿਹੜੀ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਸਰੋਤਿਆਂ ਦੇ ਜਿਹੜੀਆਂ ਵੀ ਕੁਐਰੀ ਹੋਣਗੀਆਂ, ਜਿਹੜੀਆਂ ਵੀ ਉਹਨਾਂ ਦੇ ਸਵਾਲ ਹੋਣਗੇ, ਉਹ ਮੈਸੇਜ ਬਾਕਸ ਦੇ ਵਿੱਚ ਛੱਡੀ ਜਾਣ। ਅਖੀਰ ਦੇ ਉੱਤੇ ਸਵਾਲ ਜਵਾਬ ਦੇ ਸੈਸ਼ਨ ਦੇ ਵਿੱਚ ਅਸੀਂ ਦੇਸਰਾਜ ਕਾਲੀ ਜੀ ਤੋਂ ਇਹਨਾਂ ਦੇ ਆਨਸਰ ਲਵਾਂਗੇ। ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਦੇਸਰਾਜ ਕਾਲੀ ਜੀ ਨੂੰ ਜਿਹੜਾ ਸਕਰੀਨ ਦੇ ਉੱਤੇ ਲੈ ਕੇ ਆਉਣ ਦੀ ਖੁਸ਼ੀ ਲੈ ਰਿਹਾ ਕਿ ਉਹ ਆਪਣਾ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਨਗੇ। ਦੇਸਰਾਜ ਕਾਲੀ ਜੀ, ਹੁਣ ਤੁਸੀਂ ਸਕਰੀਨ ਤੇ ਹੋ, ਤੁਸੀਂ ਆਪਣੀ ਗੱਲਬਾਤ ਸਾਂਝੀ ਕਰੋ। ਆਪਾਂ ਬਾਅਦ ਦੇ ਵਿੱਚ ਕੁਐਸਚਨ ਆਨਸਰ ਸੈਸ਼ਨ ਦੇ ਵਿੱਚ ਮਿਲਦੇ ਹਾਂ। ਮਿਹਰਬਾਨੀ ਪ੍ਰੋਫੈਸਰ ਲਖਵੀਰ, ਪ੍ਰੋਫੈਸਰ ਬਰਾੜ ਸਾਹਿਬ, ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ, ਮੈਨੇਜਮੈਂਟ ਕਮੇਟੀ। ਇਸ ਕਾਲਜ ਨਾਲ ਮੁਹੱਬਤ ਲਖਵੀਰ ਹੋਣਾ ਕਰਕੇ ਵੀ ਹੈ, ਪਰ ਜਿਸ ਲਾਕਡਾਊਨ ਤੋਂ ਪਹਿਲਾਂ ਅਸੀਂ ਗਏ ਸੀ, ਇਸ ਕਾਲਜ ਨੇ ਇੱਕ ਲੈਕਚਰ ਕਰਵਾਏ ਸੀਗੇ, ਇੱਕ ਸੈਮੀਨਾਰ ਕਰਵਾਇਆ ਸੀ। ਜੇ ਮੇਰੀ ਆਵਾਜ਼ 'ਚ ਕੋਈ ਪ੍ਰੋਬਲਮ ਹੋਈ ਤੇ ਪਲੀਜ਼ ਮੈਨੂੰ ਤੁਸੀਂ, ਜੇ ਓਕੇ ਆ ਤਾਂ ਫਿਰ ਦੈਨ ਮੈਂ ਸਟਾਰਟ ਰੱਖਾਂਗਾ ਆਪਣੇ ਨਾਲ। ਬਿਲਕੁਲ ਬਿਲਕੁਲ ਠੀਕ ਹੈ ਸਰ, ਠੀਕ ਹੈ। ਪਹਿਲਾਂ ਟੈਕਨੀਕਲ ਜੀ ਪ੍ਰੋਬਲਮ ਆਈ, ਸਾਡੇ 15 ਮਿੰਟ ਅਸੀਂ ਲੇਟ ਹੋ ਗਏ। ਉਹ ਕੀ ਹੁੰਦਾ ਕਿ ਜਦੋਂ ਇਹ ਟੈਕਨੀਕਲ ਪ੍ਰੋਬਲਮ ਆਉਂਦੀਆਂ ਤੇ ਸਿਰ 'ਚ ਪ੍ਰੋਬਲਮ ਪਹਿਲਾਂ ਆ ਜਾਂਦੀ, ਉਹ ਖਲਾਰਾ ਜਿਹਾ ਪੈ ਜਾਂਦਾ ਹੋਰੀ ਟਾਈਪ ਦਾ, ਕਿ ਐਡੀ ਮਿਹਨਤ ਦੇ ਨਾਲ ਇੰਨੇ ਲੋਕਾਂ ਨੂੰ ਇਨਫੋਰਮਡ ਹੁੰਦਾ ਆ, ਲੋਕ ਜਾਣਨਾ ਚਾਹੁੰਦੇ ਹੁੰਦੇ ਨੇ, ਸੁਣਨਾ ਚਾਹੁੰਦੇ ਹੁੰਦੇ ਨੇ, ਕੋਈ ਕੁਐਸਚਨ ਹੁੰਦੇ ਨੇ ਮਨਾਂ ਦੇ ਵਿੱਚ, ਤਾਂ ਫਿਰ ਦੁੱਖ ਲੱਗਦਾ ਕਿ ਯਾਰ ਜੇ ਕਿਤੇ ਮਿਸ ਹੋ ਗਿਆ। ਜਾਂ ਪਹਿਲਾ ਹੀ ਲੈਕਚਰ ਸੀ ਲੜੀ ਉਹਨਾਂ ਸਟੂਡੈਂਟਸ ਦੇ ਵਾਸਤੇ ਜਿਨ੍ਹਾਂ ਨੇ ਗਾਂ ਸਾਡੀ ਭਵਿੱਖੀ ਪੀੜ੍ਹੀ ਬਣਨਾ। ਸੋ ਸੈਕੰਡ ਮੇਰੇ ਅੱਜ 3 ਲੈਕਚਰ ਸੀਗੇ, ਔਰ ਸੀਗੇ ਵੀ ਲਿਟਰੇਰੀ ਤੇ ਥੋੜਾ ਜਿਹਾ ਤਿੱਖਾ ਪ੍ਰਹਾਰ ਹੋਇਆ ਪਿਆ ਆ ਕਿਸਾਨੀ ਨੂੰ ਲੈ ਕੇ। ਉਹ ਵੀ ਥੋੜਾ ਗਰਮਾ ਗਰਮ ਬਹਿਸ ਹੋ ਜਾਂਦੀ ਜਦੋਂ ਪੱਤਰਕਾਰ ਦੇ ਤੌਰ ਦੇ ਉੱਤੇ ਕਿਤੇ ਚਾਹੀਦਾ ਜਾਂ ਥੋੜਾ ਜਿਹਾ, ਚਲੋ ਖੈਰ ਉਹ ਮੇਰਾ ਗਲਾ ਵੀ ਥੋੜਾ ਸੈਂਸਿਟਿਵ। ਬਹਰਹਾਲ ਮੈਂ ਕੁਝ ਗੱਲਾਂ ਕਰਾਂਗਾ, ਉਹ ਗੱਲਾਂ ਦੀ ਲੜੀ ਬਣੇ ਜਾਂ ਨਾ ਬਣੇ, ਗੱਲ ਜ਼ਰੂਰ ਬਣ ਜਾਏਗੀ। ਲਖਵੀਰ ਹੋਰਾਂ ਨੇ ਜਦੋਂ ਸਟਾਰਟ ਕੀਤਾ ਸੀ ਤਾਂ ਚਰਪਟ, ਨਾਥ, ਸਿੱਧ, ਜੋਗੀ, ਇਹ ਲੋਕ ਸਾਡਾ ਦੇਖੋ, ਸਭ ਤੋਂ ਪਹਿਲਾਂ ਤਾਂ ਸਾਡਾ ਇੱਕ ਦੁਖਾਂਤ ਹੈ, ਸਾਡੇ ਚਿੰਤਨ ਦਾ ਦੁਖਾਂਤ ਰਿਹਾ। ਮੈਨੂੰ ਲੱਭਦਾ ਨਹੀਂ, ਜੇ ਲੱਭਦਾ ਆ ਤੇ ਉਹ ਓਨਾ ਗਹਿਰਾ ਨਹੀਂ ਲੱਭਦਾ ਜਿੰਨਾ ਗਹਿਰਾ ਨਾਥ ਸਾਹਿਤ ਹੈ, ਨਾਥ ਬਾਣੀ ਹੈ, ਨਾਥਾਂ ਦਾ ਚਿੰਤਨ ਹੈ, ਜਿੰਨਾ ਬਹੁਤ ਗਹਿਰਾ ਸਾਡੇ ਕੋਲ। ਸਾਡੇ ਚਿੰਤਕ ਓਨ ਨਹੀਂ ਕਰਨ ਲਈ ਤਿਆਰ ਕਿ ਪੰਜਾਬੀ ਦੀ ਪਹਿਲੀ ਬਾਣੀ, ਪਹਿਲੇ ਬਾਬੇ
ਨਾਥ ਹੋਏ ਨੇ 9ਵੀਂ 11ਵੀਂ ਸ਼ਤਾਬਦੀ ਦੇ ਵਿੱਚ। ਬਹਿਸ ਦਾ ਵਿਸ਼ਾ ਆ, ਅਕਾਦਮਿਕ ਲੋਕ ਬਹਿਸਾਂ ਕਰਦੇ ਨੇ। ਬਹਿਸ ਸ਼ਬਦ ਵੀ ਠੀਕ ਨਹੀਂ ਆ, ਸੰਵਾਦ, ਗੋਸ਼ਟ, ਉਹ ਵੀ ਟੈਂਕੇ ਨੂੰ ਸਿਹਾਰੀ ਜਿਹੜੀ ਲਗਾਤਾਰ ਜਾਰੀ। ਅਸੀਂ ਉਹਨਾਂ ਦੇ ਉਹ ਪੂਰਵਜਾਂ ਦੇ ਬੱਚੇ ਆ ਜਿਹੜੇ ਆਏ ਹਾਏ ਹਾਏ। ਤੁਸੀਂ, ਮੈਂ ਤੁਹਾਨੂੰ ਬਾਣੀ ਚ ਦੱਸਾਂਗਾ ਕਿ ਅਸੀਂ ਕੌਣ ਆ, ਅਸੀਂ ਕਿਹਨਾਂ ਦੀ ਔਲਾਦ ਆ ਤੇ ਅਸੀਂ ਕਿੱਥੇ ਚਲੇ ਗਏ ਜਾਂ ਕਿੱਥੇ। ਚਰਪਟ ਅਸੀਂ ਕੀ ਕੀਤਾ, ਇੱਕ ਡਿਬੇਟ ਖੜੀ ਕਰ ਦਿੱਤੀ ਅਜੀਬ ਕਿਸਮ ਦੀ, ਖਾਸ ਕਰਕੇ ਸਿੱਧ ਗੋਸ਼ਟ ਨੂੰ ਲੈ ਕੇ ਜਦੋਂ ਸਾਡੇ ਲੋਕ ਚਿੰਤਨ ਕਰਦੇ ਨੇ ਤਾਂ ਉਹ ਇਤਿਹਾਸ ਨੂੰ ਅੱਖੋਂ ਪਰੋਖੇ ਕਰ ਦਿੰਦੇ ਨੇ। ਉਹ ਉਸ ਪੀਰੀਅਡ ਦੇ ਨਾਥ ਜਿਹੜੇ ਰਿਚੁਅਲਸ ਚ ਪੈ ਗਏ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਕ੍ਰਿਟਿਸਾਈਜ਼ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਦੱਸਦੇ ਨੇ ਕਿ ਭਾਈ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਵ ਪਾਈਐ। ਤੋ ਅੰਜਨ ਮਾਹੇ ਨਿਰੰਜਨ ਰਹੀਏ ਵੀ ਇਨਵਾਈਟਡ ਕੌਮਿਆਂ ਦੇ ਵਿੱਚ ਆ, ਇਨਵਾਈਟਡ ਕੌਮਿਆਂ ਚ ਆ, ਇਹਦਾ ਵੀ ਧਿਆਨ ਰੱਖੇ ਬਗੈਰ ਉਹ ਇਸ ਤਰੀਕੇ ਦਾ ਸਾਡੇ ਬਹਿਸ ਚੱਲੀ ਸਾਡੀ ਹਵਾ ਚ ਫਿਜ਼ਾ ਦੇ ਵਿੱਚ ਕਿ ਜਿਵੇਂ ਜੋਗੀ ਸਿੱਧ ਨਾਥ ਨਖਿੱਧ, ਕੋਈ ਚਿੰਤਨ ਨਹੀਂ, ਕੋਈ, ਇਹ ਸਿਰਫ ਭੇਖਦੇ ਨੇ, ਇਹ ਸਿਰਫ ਜਟਾਧਾਰੀਆਂ ਮੰਗ ਕੇ। ਤੇ ਮੈਂ ਚਰਪਟ ਤੋਂ ਮੈਂ ਇਸੇ ਕਰਕੇ ਕਿਉਂਕਿ ਲਖਬੀਰ ਹੋਰਾਂ ਨੇ ਸ਼ੁਰੂ ਕਰ ਦਿੱਤਾ। ਮਨ ਚ ਮੇਰੇ ਇਹ ਸੀ ਕਿ ਮੈਂ ਬਾਣੀ ਦਾ ਇੱਕ ਅੱਧੀ ਲਾਈਨ ਲਵਾਂ ਬਾਬੇ ਦੀ, ਗੋਰਖਨਾਥ ਦੀ, ਤੇ ਉਹਨੂੰ ਇੰਜੋਏ ਕਰਕੇ ਦੇਖਾਂ, ਉਹਦੇ ਚ ਡੁੱਬ ਕੇ ਦੇਖਾਂ, ਉਹਨੂੰ ਆਤਮ ਚਿੰਤਨ ਚ ਲੈ ਕੇ ਦੇਖਾਂ, ਉਹਨੂੰ ਵਿਚਾਰਾਂ, ਉਹਨੂੰ ਸੋਚਾਂ, ਉਹਨੂੰ ਦੇਖਾਂ ਕਿੱਥੇ ਖੜੇ ਨੇ, ਕਿ ਇਸ ਧਰਾਤਲ ਤੇ ਕਿੰਨੇ ਲੱਖ ਯੋਜਨ ਆਮ ਬੰਦੇ ਨਾਲੋਂ ਉੱਚੇ ਵਿਚਰਦੇ ਨੇ ਸਾਡੇ ਨਾਥ, ਸਾਡੇ ਵਡਿੱਕੇ, ਸਾਡੇ ਪੂਰਵਜ। ਤਾਂ ਮੈਂ ਚਰਪਟ ਹੋਰਾਂ ਦਾ ਹੀ ਸੀ ਕਿ ਦੇਖਿਓ ਤੁਸੀਂ ਕਿੱਥੇ ਆ। ਮੈਂ ਉਹ ਤਾਂ ਕਹਿ ਰਿਹਾ ਕਿ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜਦੋਂ ਕਹਿੰਦੇ ਨੇ ਜੋਗ ਨਾ ਮੁੰਡੇ ਮੁੰਡ ਮਟਾਇਣ, ਜੋਗ ਨਾ ਭਸਮ ਰਵਾਈਐ, ਅੰਜਨ ਮਾਹੇ ਨਿਰੰਜਨ ਰਹੀਏ, ਜਉ ਡਰਾਵਾ ਝਾਟੇ ਪਾਏ, ਦੇਖੇ ਲੋਕ ਹੱਸੇ ਘਰ ਜਾਏ, ਰੋਟੀਆਂ ਕਾਲ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ। ਉਹ ਸਾਰਾ ਜੋ ਵੀ, ਮੈਂ ਅੱਗੇ ਪਿੱਛੇ ਲਾਈਨ ਵੀ ਹੋ ਸਕਦੀ ਮੇਰੀ, ਬਟ ਉਹ ਮੈਂ ਗੱਲ ਭੇਖ ਦੀ, ਪਾਖੰਡ ਦੀ, ਅਗਿਆਨ ਦੀ ਗੱਲ ਜਦੋਂ ਉਹ ਚੱਲਦੀ ਹੈ ਤਾਂ ਸਾਡੇ ਸਾਹਮਣੇ ਇੱਕ ਉਹ ਪੂਰਾ ਪਰਿਦ੍ਰਿਸ਼ ਹੈ, ਉਹ ਪੂਰੇ 400-500 ਸਾਲ ਜਿਨ੍ਹਾਂ ਦੇ ਵਿੱਚ ਨਾਥ ਪਰੰਪਰਾਵਾਂ ਵਧੀਆਂ ਫੁੱਲੀਆਂ ਤੇ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਚ ਲੈਂਦੀਆਂ ਰਹੀਆਂ, ਤੇ ਉਹ ਅਸੀਂ ਛੱਡ ਜਾਂਦੇ ਆ ਉਸ ਗੱਲ ਨੂੰ, ਕਿਉਂਕਿ ਉਹ ਨਾਮ ਦੇ ਤੇ ਵੀ ਜਿਹੜੇ ਨਾਥਾਂ ਦੇ ਨਾਮਾਂ ਦਾ ਵੇਰਵਾ ਸਿੱਧ ਗੋਸ਼ਟ ਚ ਮਿਲਦਾ ਹੈ, ਤਾਂ ਉਹ ਨਾਵਾਂ ਦਾ ਉਹ ਅਸੀਂ ਇਹ ਵੀ ਨਹੀਂ ਦੇਖਦੇ ਕਿ ਉਸ ਵੇਲੇ ਵੀ ਉਹ ਨਾਮ ਭਾਈ ਹੋ ਹੀ ਸਕਦੇ ਆ। ਗੋਰਖ ਉਸ ਵੇਲੇ ਵੀ ਹੋ ਸਕਦਾ, ਗੋਰਖ 9ਵੀਂ ਸ਼ਤਾਬਦੀ ਚ ਵੀ, 11ਵੀਂ ਚ ਵੀ ਗੋਰਖ ਨਾਮ ਤਾਂ ਕਿਸੇ ਦਾ ਵੀ ਰੱਖਿਆ ਜਾ ਸਕਦਾ, ਜਾਂ ਉਹ ਆਪਣੀ ਟ੍ਰੈਡੀਸ਼ਨ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨਾਮਾਂ ਦਾ ਵੀ ਇੱਕ ਆਪਣਾ ਅਧਿਆਤਮ ਹੁੰਦਾ ਹੈ, ਉਹਨਾਂ ਨਾਮਾਂ ਦਾ ਵੀ ਇੱਕ ਆਪਣਾ ਮਹੱਤਵ ਹੁੰਦਾ ਹੈ ਜਿਹੜੇ ਨਾਮ ਤੁਸੀਂ ਰੱਖਣੇ ਹੁੰਦੇ ਨੇ। ਮੈਂ ਤਾਂ ਨਾਮਾਂ ਨੂੰ ਲੈ ਕੇ ਗੱਲ ਕਰਦਾ ਹੁੰਦਾ ਆ ਕਿ ਮੇਰੇ ਪਿਤਾ ਦਾ ਨਾਮ ਨਿਰੰਜਨ ਕਿੱਥੋਂ ਆ ਗਿਆ, ਤੇ ਮੇਰੀ ਵੱਡੇ ਭੈਣ ਜੀ ਦਾ ਨਾਮ ਸਿਮਰੋ ਕਿੱਥੋਂ ਆ ਗਿਆ, ਤੇ ਸਤਨਾਮ ਕਿੱਥੋਂ ਆ ਗਿਆ। ਇਹ ਨਾਮ ਨਿਰਗੁਣੀ ਟ੍ਰੈਡੀਸ਼ਨ ਦੇ, ਨਾਥ ਟ੍ਰੈਡੀਸ਼ਨ ਦੇ ਸਾਡੇ ਪਰਿਵਾਰਾਂ ਚ ਨਾਮਕਰਨ ਕਿੱਦਾਂ ਹੋ ਗਏ, ਉਹਦੀਆਂ ਕਿਤੇ ਨਾ ਕਿਤੇ ਮੈਂ ਉਹ ਜੜ੍ਹਾਂ ਲੱਭਣ ਦੀ ਤਲਾਸ਼ ਕਰਨ ਦੀ ਗੱਲ ਕਰਦਾ। ਉਧਰ ਮੈਂ ਨਹੀਂ ਜਾਂਦਾ, ਪਰ ਮੈਂ ਚਰਪਟ ਦਾ ਤੁਹਾਨੂੰ ਦੱਸ ਦਿੰਦਾ ਭਾਈ ਕਿ ਕਿਹੜੀ ਸਦੀ ਦੇ ਵਿੱਚ ਚਰਪਟ ਹੋਰੀ ਕੀ ਕਹਿ ਰਹੇ ਸੀਗੇ, ਜਿਨ੍ਹਾਂ ਭੇਖਾਂ ਦਾ ਬਾਅਦ ਦੇ ਵਿੱਚ ਅਸੀਂ ਖੰਡਨ ਕਰਦਿਆਂ ਪਾਉਂਦੇ ਹਾਂ ਸਤਿਗੁਰੂ ਨਾਨਕ ਦੇਵ ਜੀ ਨੂੰ। ਤੇ ਉਹ ਕਹਿੰਦੇ ਕਿ ਭੂਤ ਨਾ ਲਗਾਓ ਜੇ ਉਤਰ ਜਾਏ। ਉਤਰ ਜਾਂਦੀ ਹੈ ਭਭੂਤੀ। ਖਰਜਿਓ ਧੂੜ ਲੇਟੇ ਮੇਰੀ ਬਲਾਏ, ਸੇਲੀ ਨਾ ਬਾਂਧੋ ਲੇਵੋ ਨਾ ਮ੍ਰਿਗਾਨੀ, ਓਡੋ ਨਾ ਖਿੰਤਾ ਕੇ ਹੋਏ ਪੁਰਾਨੀ, पतर न पूजो डंडा न उठाओ, कुत्ते की न्यायी मांगने न जाओ, बासी करके भुगत न खाओ, सिंधिया देख सिंगी न बजाओ, द्वारे द्वारे धुआं न पाओ, भेख का जोगी न कहाओ, आत्मा का जोगी चरपट न। ਹੁਣ ਇਹ ਜੋ ਆਤਮਾ का जोगी है, ਇਹ ਜਦੋਂ ਗੁਰੂ ਗੋਰਖ ਤੋਂ ਤੁਰਦੀਆਂ ਨੇ ਗੱਲਾਂ, ਜਿਸ ਵੇਲੇ ਉਹ ਕਹਿੰਦੇ ਅਹੰਕਾਰ ਤਜਦੇ
ਤੇ ਆਤਮਾ ਤੇ ਆਜਾ ਔਰ ਪ੍ਰੇਮ ਦੀਆਂ ਗੱਲਾਂ ਔਰ ਐਸੀ ਬਾਣੀ, ਐਸੀਆਂ ਚਿੰਤਨ ਭਰੀਆਂ। ਮੈਂ ਸਿੰਘੀ ਨਰਸਿੰਘੇ ਵੱਜਦਿਆਂ ਦੀ ਗੱਲ ਕਰਦਾ ਤਾਂ ਮੈਂ ਜਦੋਂ ਆਪਣੀ ਟ੍ਰੈਡੀਸ਼ਨ ਦੀ ਗੱਲ ਕਰਦਾ ਤਾਂ ਮੈਂ ਦੇਖ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਟ੍ਰੈਡੀਸ਼ਨ ਉਹਦੀ ਗੱਲ ਕਰਨੀ ਬਣਦੀ ਆ ਖਾਸ ਤੌਰ ਉੱਤੇ। ਮੇਰੇ ਚਾਚਾ ਜੀ ਦੇ ਗੁਰੂ ਜਿਹੜੇ ਸੀਗੇ ਉਹ ਨਾਥ ਸੀਗੇ ਔਰ ਲੌਤਾ ਦਾਸ ਉਹਨਾਂ ਦਾ ਨਾਮ ਹੁੰਦਾ ਸੀਗਾ। ਸਿਰ ਮੁੰਡਵਾ ਕੇ ਰੱਖਦੇ ਸੀਗੇ, ਬਹੁਤ ਭਾਰੇ ਸਰੀਰ ਦੇ ਲੰਗੋਟ ਧਾਰਨ ਕੀਤਾ ਹੁੰਦਾ ਸੀਗਾ। ਬੈਰਾਗਣ ਕੋਲ ਹੋਣੀ ਉਹਨਾਂ ਦੇ ਤੇ ਝੋਲੀ ਪਾਈ ਹੋਣੀ ਸੀ, ਕਾਲੀ ਘੋੜੀ ਤੇ ਬੈਠ ਕੇ ਉਹ ਆਉਂਦੇ ਹੁੰਦੇ ਸੀਗੇ ਤੇ ਨਰਸਿੰਘੇ ਵੱਜਦੇ ਆਉਣੇ ਉਹਨਾਂ ਦੀ ਉਸਤਤ ਦੇ ਵਿੱਚ। ਲੱਕੜ ਦੇ ਤਖਤ ਪੋਸ਼ ਤੇ ਉਹਨਾਂ ਨੇ ਬੈਠਣਾ। ਔਰ ਮੈਂ ਛੋਟੇ ਜਿਹੇ ਪ੍ਰਾਇਮਰੀ ਜਾਂ ਕਹਿ ਲਓ 6ਵੀਂ 7ਵੀਂ 8ਵੀਂ ਤੱਕ ਵੀ ਪੜ੍ਹਦਿਆਂ ਉਹਨਾਂ ਨੂੰ ਸੁਣਦਾ ਸੀ ਮੇਰੇ ਪਿਤਾ ਜੀ ਦੇ ਨਾਲ। ਮੇਰੇ ਪਿਤਾ ਜੀ ਵੀ ਵਿਦਵਾਨ ਸਾਧੂ ਲੋਕ ਸੀਗੇ ਤਾਂ ਉਹ ਜਦੋਂ ਉਹ ਮਤਾਲਿਆ ਰਾਮਾਇਣ ਦਾ, ਮਹਾਭਾਰਤ ਦਾ, ਬੁੱਧਿਜ਼ਮ ਤੇ ਗੱਲਾਂ ਹੋਣੀਆਂ, ਜ਼ੈਨ ਕਥਾਵਾਂ ਤੇ ਗੱਲਾਂ ਹੋਣੀਆਂ ਤੇ ਉਹ ਜਿਸ ਤਰੀਕੇ ਦੇ ਨਾਲ ਉਹ ਸਾਧੂ, ਉਹ ਵਿਦਵਾਨ ਸਾਧੂ ਗੱਲਾਂ ਕਰਦੇ ਸੀ, ਉਹ ਸਾਰੇ ਚਿੰਤਨ ਨੂੰ ਰਿੜਕਦੇ ਸੀ। ਉਸ ਵੇਲੇ ਤਾਂ ਨਹੀਂ ਸੀ ਸਮਝ ਆਉਂਦਾ, ਪਰ ਅੱਜ ਜਦੋਂ ਉਸ ਚਿੰਤਨ ਦੇ ਵਿੱਚ ਕਿਤੇ ਕਿਤੇ ਮੈਂ ਉਤਰਦਾ ਤਾਂ ਉਹ ਸਾਰੀ ਨਿਰਗੁਣੀ ਪਰੰਪਰਾ, ਉਹ ਸਾਰੀ ਨਾਥ ਟ੍ਰੈਡੀਸ਼ਨ ਕਿਹੜੇ ਵਰਿਆਂ ਤੋਂ ਲੈ ਕੇ 9ਵੀਂ 10ਵੀਂ 11ਵੀਂ ਸ਼ਤਾਬਦੀ ਤੋਂ ਤੁਰਦੀ ਵਿੱਚ ਮਰਹਲੇ ਆਉਂਦੇ ਨੇ। ਜਦੋਂ ਸੈਂਕੜੇ ਸਾਲ ਗੁਜ਼ਰ ਜਾਂਦੇ ਨੇ ਤਾਂ ਰਿਚੁਅਲਸ ਸ਼ੁਰੂ ਹੋ ਜਾਂਦੇ ਨੇ ਤੇ ਉਹ ਵਿਗਾੜਾਂ ਸ਼ੁਰੂ ਹੋ ਜਾਂਦੀਆਂ ਨੇ, ਉਹ ਪਾੜ ਪੈਣੇ ਸ਼ੁਰੂ ਹੋ ਜਾਂਦੇ ਨੇ, ਉਹ ਕਈ ਪਰੰਪਰਾਵਾਂ ਅਲੱਗ-ਅਲੱਗ ਹੋ ਜਾਂਦੀਆਂ ਨੇ। ਕੁਛ ਇਹੋ ਜਿਹੇ ਆ ਜਾਂਦੇ ਨੇ ਲੋਕ, ਕੁਛ ਇਹੋ ਜਿਹੇ ਸਿਸਟਮ ਆ ਜਾਂਦਾ ਹੈ, ਕੁਛ ਸਿਸਟਮ ਦਾ ਹਿੱਸਾ ਬਣ ਜਾਂਦੇ ਨੇ, ਪਦਾਰਥਕ ਰੁਚੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਉਸ ਤੋਂ ਇਨਕਾਰ ਹੀ ਨਹੀਂ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਗੱਲਾਂ ਪੋਜ਼ਿਟਿਵ ਜਿਹੜੀਆਂ ਹੁੰਦੀਆਂ ਨੇ, ਜੋ ਸਕਾਰਾਤਮਕ ਚਿੰਤਨ ਜਿਹੜਾ ਹੁੰਦਾ ਹੈ, ਜਿਹੜਾ ਬਚਾ ਕੇ ਰੱਖ ਰਹੀਆਂ ਹੁੰਦੀਆਂ ਨੇ ਟ੍ਰੈਡੀਸ਼ਨਲੀ ਜਿਹੜੀਆਂ ਹੈ, ਤਾਂ ਉਹ ਬਚੀਆਂ ਵੀ ਰਹਿੰਦੀਆਂ ਨੇ। ਮੈਂ ਉਹਨਾਂ ਬਜ਼ੁਰਗਾਂ ਦੇ ਰਾਹੀਂ ਅਸੀਂ ਜਦੋਂ ਨੈਣ ਸੁੱਖ ਹੋਰਾਂ ਨੂੰ ਸੁਣਦੇ ਹਾਂ, ਸਾਡੇ ਬੜੇ ਵਿਦਵਾਨ, ਤਾਂ ਉਹ ਧਾਨਕਾਂ ਰਾਹੀਂ, ਉਹ ਗੁੱਗਾ ਮੰਗਲ ਵਾਲਿਆਂ ਰਾਹੀਂ, ਉਹ ਸਵਾਂਗ ਰਚਣ ਵਾਲਿਆਂ ਰਾਹੀਂ, ਉਹ ਜਿਹੜੇ ਸਾਡੇ ਰਾਸਧਾਰੀਆਂ ਰਾਹੀਂ, ਤਾਂ ਉਹ ਉਹਨਾਂ ਦੀਆਂ ਕਥਾਵਾਂ ਰਾਹੀਂ, ਉਹਨਾਂ ਦੇ ਬੋਲਿਆਂ ਰਾਹੀਂ, ਉਹਨਾਂ ਦੀਆਂ ਉਕਤੀਆਂ ਰਾਹੀਂ, ਉਹਨਾਂ ਦੇ ਹਨਾ ਉਹ ਜੋ ਵਾਰਤਾਲਾਪ ਨੇ, ਉਹਨਾਂ ਦੇ ਜੋ ਰੱਟੇ ਨੇ, ਜੋ ਪੀੜ੍ਹੀ ਦਰ ਪੀੜ੍ਹੀ ਉਹ ਸਵਾਂਗ ਰਚਦੇ ਆਉਂਦੇ ਨੇ, ਉਹਨਾਂ ਰਾਹੀਂ ਕਿੱਦਾਂ ਫਿਰ ਲੋਕ ਇਤਿਹਾਸ ਦੀ ਨਿਸ਼ਾਨਦੇਹੀ ਕਰਦੇ ਤੁਰੇ ਜਾਂਦੇ ਨੇ। ਤੇ ਇਸੇ ਤਰ੍ਹਾਂ ਉਹਨਾਂ ਨੇ ਸਿੱਧਾਂ ਬੁੱਧਾਂ, ਸਿੱਧਾਂ ਨਾਥਾਂ, ਜੋਗੀਆਂ, ਕੰਨਪਟੇ ਜੋਗੀਆਂ, ਤੇ ਉਹ ਜਦੋਂ ਉਹਨਾਂ ਦੇ ਬਜ਼ੁਰਗਾਂ ਤੋਂ ਉਹ ਪੁੱਛ ਪੁੱਛ ਕੇ ਤੇ ਉਹਦੇ ਫਿਰ ਆਤਮ ਚਿੰਤਨ ਮੰਥਨ, ਆਲੇ ਦੁਆਲੇ ਲਿਟਰੇਚਰ ਲੈ ਕੇ, ਉਹਨਾਂ ਦੇ ਲਿਟਰੇਚਰ ਨੂੰ ਲੈ ਕੇ ਉਹਨੂੰ ਟੈਲੀ ਕਰਦੇ, ਇੱਕ ਦੂਜੇ ਨਾਲ ਭੇੜ ਕਰਦੇ ਆ। ਉਹ ਸਾਨੂੰ ਜਦੋਂ ਸਾਰੇ ਦਾ ਸਾਰਾ ਫਿਰ ਦੱਸਦੇ ਨੇ ਧਰਤੀ ਪੰਜ ਦਰਿਆਈ ਦੇ ਵਿੱਚ, ਜਾਂ ਅਦਰਵਾਈਜ਼ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ, ਅਸੀਂ ਦੇਖ ਸਕਦੇ ਹਾਂ ਕਿ ਇਹ ਟ੍ਰੈਡੀਸ਼ਨਸ ਜਿਹੜੀਆਂ ਨੇ, ਇਹਨਾਂ ਦੀਆਂ ਰੂਟਸ ਕਿੰਨੀਆਂ ਗਹਿਰੀਆਂ ਹੁੰਦੀਆਂ ਨੇ ਤੇ ਇਹਨਾਂ ਦੀਆਂ ਸ਼ਾਖਾਵਾਂ ਫਿਰ ਕਿੱਥੇ ਤੱਕ ਸਾਨੂੰ ਠੰਡਕ ਅੱਜ ਵੀ ਦਿੰਦੀਆਂ ਨੇ ਤੇ ਸਦੀਆਂ ਤੱਕ ਦਿੰਦੀਆਂ ਰਹਿਣਗੀਆਂ ਸਾਨੂੰ ਇਸ ਟ੍ਰੈਡੀਸ਼ਨ ਦੇ ਵਿੱਚੋਂ। ਉਹ ਸਾਰੀਆਂ ਦੇ ਸਾਰੀਆਂ ਸਾਡੇ ਕੋਲ ਪਹੁੰਚਦੀਆਂ ਨੇ। ਉਹ ਮੈਂ ਗੱਲ ਇਹ ਤਾਂ ਸੁਣਾ ਰਿਹਾ ਸੀਗਾ ਖਾਸ ਕਰਕੇ ਵਿਦਿਆਰਥੀਆਂ ਨੂੰ ਕਿ ਅਸੀਂ ਜਦੋਂ ਜੋਗੀਆਂ ਦੇ ਭੇਖ ਦੀ ਵੀ ਗੱਲ ਕਰਦੇ ਆ ਨਾ ਭਾਈ, ਤਾਂ ਉਸ ਭੇਖ ਦੇ ਵੀ ਕਈ ਮਾਇਨੇ ਹੁੰਦੇ ਨੇ। ਇੰਨਾ ਸੌਖਾ ਵੀ ਨਹੀਂ ਆ ਜਿਹੜਾ ਉਹ ਸੁਨੇਹਾ ਦੇਣਾ ਚਾਹੁੰਦੇ ਹੁੰਦੇ ਨੇ। ਜਦੋਂ ਮੈਂ ਗੋਰਖ ਬਾਣੀ ਪੜ੍ਹਦਾ, ਮੈਂ ਜ਼ਿਆਦਾ ਨਹੀਂ ਹੈ ਮੇਰੇ ਖਿਆਲ ਨਾਲ, ਕੁਛ ਬਾਣੀ ਦੇ ਵਿੱਚੋਂ 1 2 4 ਗੱਲਾਂ ਮੈਂ ਕਰਾਂਗਾ ਕਿ ਗੋਰਖ ਬਾਣੀ ਨੂੰ ਜਦੋਂ ਅਸੀਂ, ਨਾਥ ਬਾਣੀ ਨੂੰ ਜਦੋਂ ਅਸੀਂ ਪੜ੍ਹਨਾ ਹੈ ਤਾਂ ਉਹਦੇ ਵਿੱਚੋਂ 2 4 ਨੁਕਤੇ ਹੀ, ਮੇਰਾ ਖਿਆਲ ਬਹੁਤ ਸੈਂਸਿਟਿਵ ਹੋਇਆ ਪਿਆ, ਬਟ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਤੱਕ ਕੋਈ ਗੱਲ ਐਸੀ ਪਹੁੰਚਾਵਾਂ, 1 2 ਨੁਕਤੇ ਤਾਂ ਜ਼ਰੂਰ ਪਹੁੰਚਾਵਾਂ ਜਿਹੜੇ ਸਾਡੇ ਵਿਦਿਆਰਥੀਆਂ ਦੇ ਕੰਮ ਆ ਸਕਣ। ਜਿਹੜੇ ਵਿਦਵਾਨ ਲੋਕ ਸੁਣਦੇ ਨੇ ਉਹ ਤਾਂ ਨੈਚੁਰਲੀ ਉਹਨਾਂ ਨੂੰ ਪਤਾ ਹੁੰਦੇ ਨੇ ਇਹ ਨੁਕਤੇ, ਉਹ ਪਹਿਲਾਂ ਗੁਜ਼ਰ ਚੁੱਕੇ ਹੁੰਦੇ ਨੇ ਇਹਨਾਂ ਨੁਕਤਿਆਂ ਦੇ ਵਿੱਚੋਂ ਦੀ, ਇਹਨਾਂ ਚਿੰਤਨਾਂ ਦੇ ਵਿੱਚੋਂ ਦੀ। ਤਾਂ ਮੈਂ ਸ਼ਬਦ ਹੀ ਪੜ੍ਹਦੇ ਆ ਤੇ ਸ਼ਬਦ ਪੜ੍ਹਨ ਦਾ ਆਨੰਦ, ਜਿਹੜਾ ਬਾਣੀ ਪੜ੍ਹਨ ਦਾ ਗੋਰਖ ਬਾਬੇ ਦੀ, ਤਾਂ ਉਹ ਲਿਖਦੇ ਬਸਤੀ ਨ ਸੁਨਿਅੰਗ ਨ ਬਸਤੀ, ਅਗਮ ਅਗੋਚਰ ਐਸਾ।
गगन शिशिर में बालक बोले, ताका नाम तराओगे कैसा। हंसिबा खेलिबा तरिबा ध्यानंग, अहनिस कथिबा ब्रह्म ज्ञानंग। हंसे छेले न करे मन भंग, ते नहचल सदा नाथ के संग। अहनिस मन लै उन्मन रहे, गम की शाड़ आग की कहे। शाड़े आसा रहे निराश, कहे ब्रह्म हूं ताका दास। अर्धे जाता उर्दे तरे, काम दग्ध जो जोगी करे। तजे अलियंगन काटे माया, ताका बिसन पछाले पाया। मरो वे जोगी मरो, मरो मरण है मीठा। किस मरणी मरो जिस मरणी गोरश मर तीठा। मरो रे जोगी मरो, मरो मरण है मीठा। क्या क्या अवस्था है। सारे चिंतन दा, सारे मंथन दा, सारी नाथ बाणी दा, सारे पूर्वी अध्यात्मक चिंतन दा, सारे पूर्वी निर्गुणे चिंतन दा निचोड़ देता। मरो वे जोगी मरो, मरो मरण है मीठा। और गोरख ने मर के देख लिया, तिस मरणी मरो, जिस मरणी। गोरख ने जिस मरणी मर के देख लिया। मरना किन्ना मीठा, मरण मीठा। संकट इत्थे है, मरनी तो बहुत कौड़ा, मरना ही तो मुश्किल है। मरना मरना ही तो कौड़ा है, पर गोरख कहते मिठा है। असी अहंकार खड़ा कर लिया, दुख संताप छेड़ ले। असी काम खड़ा कर लिया, असी क्रोध खड़ा कर लिया, असी लोभ कर लिया, मोह कर लिया। एक कबीरा जे थिया जिन्हें तज है 12 बाट। कबीर तू कबीर तेरो नाम कबीर। एक कबीरा 12 तरह की माया त्याग दी है। पुत्र माया, कलत्र माया, धन माया, 12 तरह की माया जिहदे च फसिया होया। कबीर मरण कबूल कर लिया है। कबीर दा मरना मिठा है। जित मरने ते जग डरे, गोरख मूल है, बीज है। कबीर दरख्त है, पौधा है, उस बीज का मूल गोरख है। नी उत्ते महल कबीर है। जित मरनी ते जग डरे, मेरे मन आनंद। सतगुरु कबीर गोरख है तो कबीर है। गोरख है तो नानक मर मर जीवै। ये मरना जेड़ा गोरख दा मरना जेड़ा मिठा है, जिहदे मरने ते कबीर नूं आनंद आउंदा है। होर चिंतन च गहरे चलदे तुहानूं मैं साखी सुणाउणा कबीर। सतगुरु कबीर नूं कोई विद्वान मिलन गए ने ते माता लोई गल्लां गहरियां जानियां शुरू हो जांदियां ने। चलो खैर, माता लोई देखो, जिस सतगुरु कबीर
ਹਮੇਸ਼ਾ ਕਹਿੰਦੇ ਕਹਿਤ ਕਬੀਰ ਸੁਨੋ ਰੇ ਸਾਧੋ, ਮੇਰੀ ਗੱਲ ਸਾਧ ਸੁਣਨ। ਆਮ ਬੰਦਾ ਨਹੀਂ ਸੁਣ ਸਕਦਾ ਸਤਿਗੁਰ ਕਬੀਰ ਨੂੰ, ਸਾਧੋ। ਪਰ ਕਿਤੇ ਕਿਤੇ ਕਹਿਤ ਕਬੀਰ ਸੁਨੋ ਰੇ ਲੋਈ, ਲੋਈ ਨੂੰ ਸੰਬੋਧਨ ਹੁੰਦੇ ਨੇ ਜਦੋਂ, ਇਹਦਾ ਮਤਲਬ ਕਿਤੇ ਉਹ ਉਸ ਮਰਾਤਵੇ ਨੂੰ, ਉਸ ਧਰਾਤਲ ਨੂੰ, ਉਸ ਸਿਖਰ ਨੂੰ ਮਾਈ ਲੋਈ ਵੀ ਛੋਈ ਹੋਏਗੀ ਜਿਹਨੂੰ ਸਾਧੂ ਛੀਂਦੇ ਨੇ, ਕਿਉਂਕਿ ਕਬੀਰ ਆਮ ਬੰਦੇ ਨੂੰ ਸੰਬੋਧਨ ਨਹੀਂ ਕਰ ਸਕਦੇ। ਲੋਈ ਮਾਤਾ, ਜਾਂ ਮੈਂ ਕਹਿੰਦਾ ਗੁਰੂ ਅਰਜਨ ਦੇਵ ਜਦੋਂ ਹਰਹਾਂ ਨੂੰ ਸੰਬੋਧਨ ਕਰਦੇ ਨੇ, ਆਹਾ ਹਰਹਾਂ, ਤਾਂ ਉਹ ਪਾਤਰ ਜਿਨ੍ਹਾਂ ਨੂੰ ਸਤਿਗੁਰ ਲੋਕ ਸੰਬੋਧਨ ਕਰ ਰਹੇ ਹੋਣ, ਜਿਹੜੇ ਹਮੇਸ਼ਾ ਉਸ ਏਕ ਨੂੰ ਸੰਬੋਧਨ ਕਰਦੇ ਨੇ, ਤਾਂ ਉਹ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮੈਂ ਕਹਿਣਾ ਸੰਬੋਧਨ ਕਰ ਰਹੇ ਹੋਣ, ਕਿਸੇ ਸ਼ਖਸੀਅਤ ਨੂੰ, ਤਾਂ ਉਹ ਉਹਦੀ ਵਿਦਵਤਾ ਅੱਗੇ ਸਿਰ ਝੁਕਦਾ ਹੋਏਗਾ ਕਿ ਯਾਰ ਇਹਨਾਂ ਨੂੰ ਸੰਬੋਧਨ ਕਰਦੇ ਨੇ, ਤਾਂ ਉਹਨਾਂ ਦੀ ਨਿਗਾਹ ਦੇ ਵਿੱਚ ਇਹਨਾਂ ਦਾ ਰੁਤਬਾ ਕਿੱਡਾ ਹੋਏਗਾ, ਇਹਨਾਂ ਦਾ ਕੱਦ ਕਿੱਡਾ ਹੋਏਗਾ। ਮੈਂ ਜੇ ਇਸ ਵੇਲੇ ਕਹਿੰਦਾ ਸਤਿਗੁਰ ਕਬੀਰ ਸਾਧੂ ਨੂੰ ਸੰਬੋਧਨ ਤੋਂ ਬਗੈਰ ਕੋਈ ਸ਼ਬਦ ਨਹੀਂ ਕਹਿੰਦੇ, ਮੇਰੀ ਗੱਲ ਸਾਧੂ ਸੁਣੇ, ਕਹਿਤ ਕਬੀਰ ਸੁਨੋ ਰੇ ਸਾਧੂ। ਇਹ ਬਹੁਤ ਬਾਰੀਕ ਨੁਕਤਾ ਹੈ। ਤਾਂ ਲੋਈ ਨੂੰ ਕਹਿੰਦੇ ਨੇ, ਤੇ ਜਦੋਂ ਕੋਈ ਸਤਿਗੁਰ ਕਬੀਰ ਹੋਰਾਂ ਨੂੰ ਮਿਲਣ ਗਏ ਨੇ ਤੇ ਮਾਤਾ ਲੋਈ ਘਰ ਹੈ, ਤੇ ਦੱਸਦੇ ਨੇ ਕੀ ਮਿਲਣਾ, ਤੇ ਉਹ ਆਂਦੇ ਕਿ ਉਹ ਮਰਗ ਹੋ ਗਈ ਹੈ, ਡੈਥ ਹੋ ਗਈ ਹੈ। ਉਹਦੇ ਪਿੱਛੇ ਜਾ ਰਹੇ ਨੇ ਕਬੀਰ, ਤੇ ਤੁਸੀਂ ਜਾ ਕੇ ਉਸ, ਉਹ ਕਹਿੰਦੇ ਉੱਥੇ ਤਾਂ ਭੀੜ ਹੈ, ਅਸੀਂ ਉਹਨਾਂ ਨੂੰ ਦੇਖਿਆ ਨਹੀਂ ਹੈ, ਅਸੀਂ ਕਿੱਦਾਂ ਪਹਿਚਾਣਾਂਗੇ ਕਿ ਭਾਈ ਇਹ ਭੀੜ ਦੇ ਵਿੱਚ ਕਬੀਰ ਕੌਣ ਹੈ। ਤੇ ਉਹ ਆਂਦੀ ਜਿਨ੍ਹਾਂ ਦੇ ਸਿਰ ਤੇ ਅੱਗ ਮੱਚਦੀ ਹੋਏਗੀ ਨਾ, ਉਹ ਕਬੀਰ ਹੋਏਗਾ। ਉਹ ਜਾਂਦੇ ਨੇ, ਦੇਖਦੇ ਨੇ ਸਾਰਿਆਂ ਦੇ ਸਿਰ ਤੇ ਅੱਗ ਮੱਚ ਰਹੀ ਹੈ, ਮਾਈ ਗॉड ਇਹ ਸਾਰੇ ਕਬੀਰ ਨੇ, ਵਾਪਸ ਆ ਜਾਂਦੇ ਨੇ। ਸਾਖੀ ਮੈਟਾਫਰ ਹੁੰਦੀ ਹੈ, ਸਾਖੀ ਨੂੰ ਮਿੱਥ ਵਾਂਗ ਨਹੀਂ ਲੈਣਾ ਚਾਹੀਦਾ, ਇੱਕ ਮੈਟਾਫਰ, ਇੱਕ ਪ੍ਰਤੀਕਾਤਮਕ ਰੂਪ ਦੇ ਵਿੱਚ ਉਹਦੇ ਗਹਿਨ ਅਰਥਾਂ ਨੂੰ ਸਮਝਣ ਦੇ ਲਈ ਲੈਣਾ ਚਾਹੀਦਾ ਹੁੰਦਾ ਹੈ। ਤਾਂ ਉਹ ਆ ਗਏ ਨੇ ਮਾਤਾ ਲੋਈ ਕੋਲ, ਕਿ ਮਾਤਾ ਉੱਤੇ ਤੇ ਸਾਰਿਆਂ ਦੇ ਸਿਰ ਤੇ ਅੱਗ ਮੱਚਣ ਡਈ ਹੈ। ਤੇ ਮਾਈ ਲੋਈ ਕਹਿੰਦੀ ਕੋਈ ਨਹੀਂ, ਜਿਸ ਵੇਲੇ ਸੰਸਕਾਰ ਕਰਕੇ ਵਾਪਸ ਆਉਣਗੇ, ਵਾਪਸ ਆਉਂਦੇ ਆ ਤੇ ਜਿਹਦੇ ਸਿਰ ਤੇ ਅੱਗ ਮੱਚਦੀ ਹੋਏਗੀ ਉਹ ਕਬੀਰ ਹੋਏਗਾ। ਵਾਪਸ ਆਉਂਦੇ ਆ ਤੇ ਸਿਰਫ ਕਬੀਰ ਦੇ ਸਿਰ ਤੇ ਅੱਗ ਮੱਚਦੀ ਸੀ, ਕਿਉਂਕਿ ਕਬੀਰ ਲਈ ਮਰਨਾ ਆਨੰਦ ਸੀ, ਅਹੰਕਾਰ ਜਾ ਚੁੱਕਾ ਸੀ ਕਿਤੇ ਨਾ ਕਿਤੇ। ਕਬੀਰ ਮਰਨ ਮੀਠਾ ਸੀ, ਤਾਂ ਉਹਦੇ ਅੱਗ ਮੱਚ ਰਹੀ ਸੀ। ਉਹਨੂੰ know the death, it's the death। ਸਰੀਰ ਮਰ ਕੇ ਥੋੜੀ ਮਰਦਾ ਹੈ, ਸਰੀਰ ਮਰ ਕੇ ਨਹੀਂ ਮਰਦਾ ਕਦੇ। ਉਹ ਜਿਹਨੇ ਮਰਨਾ ਹੁੰਦਾ ਤਾਂ ਪਲਟੂ ਕਹਿੰਦੇ ਨੇ ਉਹਨੂੰ, ਕਿ ਲਾਗੀ ਗਾਂਸੀ ਗਿਆਨ ਕੀ, ਪਲਟੂ ਮੂਆ ਤੁਰੰਤ। ਗਿਆਨ ਦੀ ਗਾਂਸੀ ਲੱਗੀ ਤੇ ਪਲਟੂ ਤੁਰੰਤ ਮਰ ਗਿਆ। ਤੁਰੰਤ ਪਲਟੂ ਮਰ ਸਕਦਾ, ਕਬੀਰ ਮਰ ਸਕਦਾ, ਗੋਰਖ ਮਰ ਸਕਦਾ, ਜਿਹਨੂੰ ਮਰਨਾ ਮੀਠਾ, ਜਿਹਨੇ ਮਰਨੇ ਤੇ ਆਨੰਦ। ਲਾਗੀ ਗਾਂਸੀ ਗਿਆਨ ਕੀ, ਪਲਟੂ ਗਿਆਨ ਕੀ ਹੈ? ਗਿਆਨ ਪਲਟੂ ਦਾਸ ਦਾ, ਨਿਰਗੁਣੇ ਦਾ। ਪਲਟੂ ਤਾਂ ਹੈ ਕਿਉਂਕਿ ਗੋਰਖ ਹੈ, ਕਬੀਰ ਤਾਂ ਹੈ ਕਿਉਂਕਿ ਗੋਰਖ ਹੈ। ਗਿਆਨ ਪਲਟੂ ਗਿਆਨ ਕੀ ਕਹਿੰਦਾ, ਗੋਰਖ ਗਿਆਨ ਦੀ ਗੱਲ ਕਰਦੇ। पलटू आंदे ने कि उल्टा कुआं गगन का, तिसमें जरे चिराग, तिसमें जरे चिराग, बिन रोगन बिन बाती, 6 रुत 12 मास रहे जरता दिन राती। और निकसे एक आवाज, चिराग की ज्योति हिमा है, ज्ञान समाधि सुने और कोई सुनता ना है। पलटू जे को सुने ताके पूरे भाग, उल्टा कुआं गगन का, इसमें जरे चिराग। ज्ञान समाधि नेचर दी, सौर मंडल दी एक सुरता च, एक मिकता
ਇੱਕ ਸਾਰਤਾ, ਇੱਕ ਰੂਪਤਾ, ਉਹੀ ਹੋ ਜਾਣਾ, ਉਹ ਮਰਨਾ ਹੈ, नेचर हो जाना। मैं जल में जल हो गया, गुरु नानक सिद्धा नूं कहंदे ने, मैं जल च जल हो गया। मुश्किल बड़ी है, बहुत मुश्किल है। सतगुरु रविदास ज्ञान की गल करदे कहंदे ने कि फल कारण फूली बनराई, उपजो फल तो फूल मिलाई। ज्ञान कारणे कर्म अभ्यास, भ्याओ ज्ञान तो कर्म है नास। वो अवस्था है। गुरु गोरख हस्ते खेल बे करबो ध्यान। मैं शब्द पढ़ के हटिया सी, बस्ती शून्यंग, शून्यंग न बस्ती, अगम अगोचर ऐसा। गगन शिशर में बालक बोले ताका नाम धराओगे कैसा। इस शब्द दे विच जिहड़ा बहुत अहम नुकता है, जिहदे विच फिर मैं गगन शिशर में बालक दे जन्म की गल करूंगा। ਜਿਹੜਾ ਨੁਕਤਾ ਮੁੜ ਕੇ ਮੈਂ ਕਹਿੰਦਾ ਜਦੋਂ ਡਿਬੇਟ ਅਸੀਂ ਸਿੱਧ ਗੋਸ਼ਟ ਵਾਲੀ ਕਰਦੇ ਆ ਤੇ ਜਿਹੜਾ ਨੁਕਤਾ ਮੁੜ ਕੇ ਉਹਨਾਂ ਦੇ ਭਾਂਜਵਾਦ ਦਾ ਨੁਕਤਾ ਬਣਾ ਕੇ ਪੇਸ਼ ਕੀਤਾ ਜਾਂਦਾ, ਜਿਨ੍ਹਾਂ ਦੇ ਕਾਮ ਆਪਣੇ ਆਪ ਨੂੰ ਕਾਮ ਤੇ ਕਾਬੂ ਕਰਨ ਦੀਆਂ ਗੱਲਾਂ ਦਾ ਅਡੰਬਰ ਦੇ ਨਾਂ ਦੇ ਉੱਤੇ ਗੱਲ ਕੀਤੀ ਜਾਂਦੇ ਆ, ਤਾਂ ਮੈਂ ਉਹਦੇ ਉੱਤੇ ਆਉਣਾ ਚਾਹਾਂਗਾ। ਉਹ ਨੁਕਤਾ ਬਹੁਤ ਅਹਿਮ ਹੈ ਐਸੇ ਸ਼ਬਦ ਦੇ ਵਿੱਚ। ਅਰਦੈ ਜਾਤਾ ਉਰਦੈ ਧਰੇ, काम दग्ध जो जोगी करे। बहुत महत्वपूर्ण है, यह ज्ञान की गल है, एनू समझना है। की कहना चाहते ने गोरखनाथ, अरदे जाता उरदे धरे, काम दग्ध जो जोगी करे। काम दग्ध जिहड़ा शब्द है साडे चिंतन च जिस वेले साडे असीं विचारिया जां मैं पढ़िया लोगां दा जिस वेले लोग विचारदे ने, इत्थे आण के मरोड़ी है। वो दग्ध नूं बनना देखदे ने। जे बन्ना पुरिया भार, आसन है योग आसन है, कि वो काम नूं बनदे ने। गोरख है नहीं कहते। अरदे जाता उरदे धरे, बहाओ ने बड़ा चिंतन है जो असीं उन्हां दे योग आयाम, योग क्रियावां ਉਹਦੇ ਵਿੱਚ ਜਾਂਦੇ ਆ ਤਾਂ ਆਪਣੇ ਸਰੀਰ ਨੂੰ ਸਾਧਨ ਦੇ ਨਾਲ ਨਾਲ ਜਿਹੜੇ ਚਿੰਤਨ ਦੇ ਥਰੂ ਸਾਧਨਾ ਹੈ, ਜਿਸ ਚਿੰਤਨ ਨੂੰ ਤੁਸੀਂ ਪਹੁੰਚਣਾ ਹੈ, ਜਿਸ ਮਰਾਤਬੇ ਨੂੰ ਤੁਸੀਂ ਪਹੁੰਚਣਾ ਹੈ, ਜਿਹਦੇ ਵਿੱਚ ਫਿਰ ਤੁਸੀਂ ਕਾਮ ਕ੍ਰੋਧ ਲੋਭ ਹੰਕਾਰ ਨੂੰ ਅੰਡਰਸਟੈਂਡ ਕਰਦੇ ਆ, ਉਹਦੇ ਵਿੱਚ ਉਤਰਨਾ ਹੈ, ਉਹਨੂੰ ਸਮਝਣਾ ਹੈ, ਤਾਂ ਫਿਰ ਅਰਦੇ ਜਾਤਾ ਉਰਦੇ ਧਰੇ ਦੀ ਅਵਸਥਾ ਨੂੰ ਗੋਰਖ ਜਿਵੇਂ ਦੇਖਦੇ ਨੇ, ਸਾਨੂੰ ਉਹਦੇ ਤੇ ਚਿੰਤਨ ਕਰਨਾ ਪਏਗਾ। ਅਰਦੇ ਜਾਤਾ ਨੀਚੇ ਨੂੰ ਬਹਾਓ ਹੈ, ਫਲੋ ਹੈ, ਤਾਂ ਉਹ ਕਾਮ ਹੈ। ਹੁਣ ਉਹਨੇ ਇੱਕ ਬ੍ਰੇਕ ਲਾਉਣੀ ਹੈ, ਇੱਕ ਖੜੋਤ ਲਾਉਣੀ ਹੈ, ਇੱਕ ਪੜਾਓ ਬਣਾਉਣਾ ਹੈ ਆਪਣੇ ਮਨ ਦੇ ਅੰਦਰ, ਕਿਤੇ ਇੱਕ ਪਲੇਟਫਾਰਮ ਬਣਾਉਣਾ ਹੈ ਜਿੱਥੇ ਅਰਦੇ ਤੇ ਉਰਦੇ ਦਾ ਸਥਾਨ ਬਣਨਾ ਹੈ। ਉਰਦੇ ਫਿਰ जोगी दी अवस्था है, नाथ दी अवस्था है, उस प्राणी दी अवस्था है जिस प्राणी दे लई फिर मरना आनंद हो जाता है, जिस प्राणी दे लई फिर मरना मीठा हो जाता है, वो फिर गोरख हो जाता है। तुसी उन्हें चरपट नूं असीं सुनिया, तुसी देखो गोरख ते ही खड़े ने, वो भी
गोरख ते ही खड़े ने, भेख का जोगी ना कहाऊं, आत्मा का जोगी। उर्दे जेड़ा चले गया, अर्दे की जगह उर्दे वाली अवस्था वालों चले गया, अहंकार मर गया, काम मर गया, उर्दे की अवस्था जाग गई। ते वो जिहड़ी विचाले जिहड़ा प्लेटफॉर्म है, जिन्हों मैं आचार्य रजनीश ओशो होरां नूं पढ़ रहा सीगा, हंसता खेल बै करबो ध्यान, उन्हां दी एक लैक्चर लड़ी है, तो वो फिर उस पड़ाव नूं प्रेम का नाम दिंदे कि वो प्रेम का पड़ाव है। नीचे दे फ्लो नूं स्टॉप लाया सहजता नाल, अंडरस्टैंड करके, उन्होंने जानदिया होया, ते परले फ्लो चिंतन नूं उर्दे धरे वल लैके गया प्रेम दे थ्रू। सतगुरु कबीर कहते ने ढाई आखर प्रेम के, ये उसी लाइन अर्दे जाता उर्दे करे दी अवस्था की व्याख्या सतगुरु कबीर कर रहे। ढाई आखर प्रेम के बड़े सुपंडित सतगुरु नानक देव कहते ने, जाओ तो प्रेम खेलन का चाओ, सिर धर तली गली मरी आओ। वो तली ते सिर धर, मरना मीठा। सतगुरु सतगुरु नामदेव, बेटी प्रीत मजूरी मांगे, जा कोई छान छवावे हो। बेटी प्रीत की मजूरी मंगदा, जिन्हें ओदे तो छन बनवानी है। प्रेम, जिन प्रेम कियो तिन ही प्रभ पायो। अर्दे और उर्दे की अवस्था जिहड़ी है, और वो फिर सारी की सारी अवस्था नीचे वो हंसबा खेलबा धरबा ध्यान अगीना सहज हो जाता है, वो ब्रह्म ज्ञानी हो जाता है। हंसे छेले न करे मन भांगते, निहचल सदा नाथ के संग, वो निहचल हो जाता। बस्ती न सुनने, अगम अगोचर हो जाता। ओदा इन्हां लोगों नूं जदों तुसीं अपने ध्यान च लियाउंदे हो, गोरख नूं, वो अगम हो गए नूं, वो अचल हो गए नूं, जिहड़ा क्या नहीं जा सकता। मूल मंत्र ध्या लो अपने मन दे विच, एक ओंकार सतनाम करता पुरख निरभौ निर्वैर अकाल मूरत अजूनी सैभं अगम अगोचर। हस्ती न शून्यं, शून्यं न बस्ती, न शून्य है न पूर्ण है। सैभंग अजूनी अगम अगोचर, ऐसा। और फिर एहनिस मन लै उन्मुन रहे। मन पूंज दो, अहंकार पूंज दो। उर्द गमन कहा फिर इस अर्दे जाता उर्दे धरे, काम दग्ध जे जोगी करे। उर्द गमन क्या है इसमें। फिर जिहड़ी वो अवस्था होएगी, उस अवस्था दे विच फिर वो गगन शिशर की अवस्था दे विच फिर वो बालक जन्म लेगा, नवा बालक जन्म लेगा, गोरख जन्म लेगा, नवा चिंतन जन्म लेगा। ताका नाम धरोगे कैसा, फिर गोरख, फिर उहदी वो अवस्था है मन में रहना, अंदर रहना है, टिके रहना है,
ਐਸੀਆਂ ਐਸੀਆਂ ਅਵਸਥਾਵਾਂ ਨੇ। ਮੈਂ ਪਹਿਲਾਂ ਹੀ ਇੱਕ ਜਿਹੜਾ ਕਰਕੇ ਹਟਿਆ ਸੀ ਲੈਕਚਰ, ਉਹਦੇ ਵਿੱਚ ਮੈਂ ਅਰਦੇ ਉਰਦੇ ਨੂੰ ਸਮਝਣ ਵਾਸਤੇ ਮੈਂ ਗੱਲ ਕਰਨੀ ਚਾਹੁੰਦਾ ਸੀ। ਬਾਬਾ ਸ਼ੇਖ ਫਰੀਦ ਦਾ ਸ਼ਲੋਕ ਹੈ, ਬਹੁਤਿਆਂ ਨੇ ਹੋਰ ਤਰ੍ਹਾਂ ਪੜ੍ਹਿਆ ਹੋਣਾ, ਮੈਂ ਜਿਵੇਂ ਉਹਨੂੰ ਪੜਾਂਗਾ ਤੁਹਾਨੂੰ ਗੱਲ ਸਮਝ ਲੱਗ ਜਾਏਗੀ ਕਿ ਪਹਿਲਾਂ ਪੜਿਆ ਹੋਇਆ ਠੀਕ ਨਹੀਂ ਪੜਿਆ, ਖਾਸ ਕਰ ਸਟੂਡੈਂਟਸ ਦੇ। ਸਤਿਗੁਰ ਫਰੀਦ ਕਹਿੰਦੇ ਨੇ, ਫਰੀਦਾ ਜੇ ਤੈ ਮਾਰਨ, ਫਰੀਦਾ ਜੇ ਤੈ ਮਾਰਨ, ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਹੈ ਮੁੱਕੀਆਂ, ਤੇਰੇ ਮਾਰਿਆ ਮੁੱਕ ਗਈਆਂ। ਜਦ ਤਿਨਾਂ ਨੇ ਮਾਰੇ ਘੁੰਮ, ਜਾਂ ਉਹਨਾਂ ਨੇ ਤੈਨੂੰ ਘੁੰਮ ਕੇ ਮਾਰਿਆ, ਆਪ ਨੜੇ ਘਰ ਜਾਈਏ। ਨਾ ਰੀਡ thyself, ਆਪਣੇ ਅੰਦਰ ਪੜ। ਫਰੀਦ ਬਾਰ-ਬਾਰ ਇੱਧਰ ਦੀ ਗੱਲ ਕਰਨਗੇ, ਫਰੀਦਾ ਬੇਨਵਾਜ਼ਾ ਕੁੱਤੇ ਆਏ ਨਾ ਭਲਿਓ ਰੀਤ, ਕੱਪੇ ਚੱਲ ਨਾ ਆਇਆ ਪੰਜੇ ਵਕਤ ਮਸੀਤ। ਕੋਈ ਕਹਿ ਸਕਦਾ ਬਾਬਾ ਫਰੀਦ ਮਸੀਤੇ ਆਉਣ ਦੀਆਂ ਗੱਲਾਂ ਕਰਦੇ ਨੇ? ਭਾਈ 5 ਵਕਤ ਮਸੀਤੇ ਆਇਆ ਕਰ, ਨਮਾਜ਼ ਪੜਿਆ ਕਰ, ਰਿਚੁਅਲਸ ਪੈ ਗਏ ਨੇ। ਉਹ ਇੱਧਰ ਪੰਜੇ 5, ਏਕ ਕੋਟ ਪੰਚ ਸਿਕਦਾਰਾ, ਪੰਚੇ ही मांगे हाड़ा, जिमी नहीं मैं किसी की बोई ऐसा देन तो खाड़ा, हर के लोगा मुको नीत डसै पटवारी, एक कोट पंच सिकदारा, पंजे वक्त मसीत। यारे बहुत डूंगे इशारे ने, इन्ने सौखे इशारे नहीं, बहुत डूंगे इशारे ने। इन्हां नूं समझना, इन्हां नूं अंडरस्टैंड करना, जां बाद दे विच फिर इन्हां नूं जीना बड़ा मुश्किल कारज ने। साडे सतगुर लोकां ने जो सानूं चिंतन दिता है, असीं पता नहीं काहते वैसटर्न प्रणालियां दे जी लगदे, ਚੱਕ ਦਰੀਦਾ ਲਾਕਾਂ, ਪਤਾ ਨਹੀਂ ਹੋਰ ਕਿਹੜੇ ਕਿਹੜੇ ਹੀ ਹੈ। ਮਾਈ ਗॉड ਯਾਰ, ਸਾਡੇ ਕੋਲ ਜਿਹੜਾ ਚਿੰਤਨ ਹੈ, ਸਾਡੇ ਕੋਲ ਜਿਹੜਾ ਅਸੀਂ, ਸਾਨੂੰ ਇਹ ਅਲਾਮਾ ਦੇ ਦਿੰਦਾ ਜਾਂਦਾ ਕਿ ਤੁਸੀਂ ਜੀ ਇਤਿਹਾਸ ਨੂੰ ਨਹੀਂ ਰੱਖਦੇ, ਹਿਸਟੋਰੀਕਲ ਪਰਸਪੈਕਟਿਵ ਚ ਨਹੀਂ ਗੱਲਾਂ ਕਰਦੇ। ਵੈਸਟਰਨ ਜਿਹੜੇ ਲੋਕ ਨੇ ਉਹ ਹਿਸਟੋਰੀਕਲ ਪਰਸਪੈਕਟਿਵ, ਯਾਰ ਉਹਨਾਂ ਦਾ ਪਰਸਪੈਕਟਿਵ ਆਪਣਾ, ਸਾਡਾ ਪਰਸਪੈਕਟਿਵ ਆਪਣਾ ਆ। ਔਰ ਉਸ ਪਰਸਪੈਕਟਿਵ ਦੇ ਵਿੱਚ ਮੈਂ ਤੁਹਾਨੂੰ ਬਾਬਾ ਸ਼ੇਖ ਫਰੀਦ ਦਾ ਸ਼ਲੋਕ ਸਮਝਾ ਰਿਹਾ ਸੀਗਾ, ਤੇ ਗੱਲ ਮੈਂ ਕਰ ਰਿਹਾ ਸੀ ਅਰਦੇ ਜਾਤਾ ਉੜਦੇ ਧਰੇ ਕਾਮ ਦਗਦ ਜੋ ਜੋਗੀ ਕਰੇ ਦੀ, ਕਿਵੇਂ ਉਹ ਪ੍ਰੇਮ ਦੀ ਅਵਸਥਾ ਹੈ। ਤਾਂ ਉਸ ਗੱਲ ਨੂੰ ਅੰਡਰਸਟੈਂਡ ਕਰਦਿਆਂ ਕਰਦਿਆਂ ਬਾਬਾ ਸ਼ੇਖ ਫਰੀਦ ਦੀ ਮੈਂ ਦੱਸ ਰਿਹਾ ਸੀ ਕਿ ਜੋ ਤੈ ਮਾਰਨ, ਜਿਹਨਾਂ ਨੂੰ ਤੂੰ ਮਾਰਨਾ ਚਾਹੁੰਦਾ ਮੁੱਕੀਆਂ, ਜਦ ਤਿਨਾਂ ਨੇ ਮਾਰਿਆ ਘੁੰਮ, ਉਹਨਾਂ ਨੇ ਮੁੜ ਕੇ ਤੈਨੂੰ ਮਾਰਿਆ। ਔਰ ਆਪ ਨੜੇ ਘਰ ਜਾਈਏ, ਰੀਡ thyself, ਆਪਣੇ ਅੰਦਰ ਦੇਖ, ਝਾਕ ਕੇ ਗਲਵੇਂ ਥਾਣੀ ਪੈਰ ਤਿਨਾਂ ਦੇ ਚੁੰਮ, ਤੂੰ ਉਹਨਾਂ ਦੇ ਪੈਰ ਚੁੰਮ ਲਏ। ਸਾਫ ਹੈ, ਜੇ ਅਗਨ ਤत्व ਹੈ ਤਾਂ ਕਾਮ ਹੈ, ਅਗਨ ਤत्व ਹੈ ਤਾਂ ਭੁੱਖ ਹੈ। ਫਿਰ ਉਹਦੇ ਨਾਲ ਹੀ ਕਾਮ ਮਹਾਬਲੀ, ਉਹਦੇ ਨਾਲ ਹੀ ਸਾਰੇ ਦਾ ਸਾਰਾ ਪੂਰਾ ਤੁਹਾਡਾ ਬ੍ਰਹਿਮੰਡ। ਉਹ ਪਾਣੀ ਤੱਤਵ ਦੇ ਆਪਣੇ ਗੁਣ ਅਵਗੁਣ, ਜੋ ਨੋਟ ਅਵਗੁਣ, ਗੁਣੀ ਗੁਣ ਪਾਣੀ ਦੇ ਤੱਤਵ ਦੇ, ਧਰਤੀ ਦੇ ਆਪਣੇ, ਅਗਨ ਦੇ ਆਪਣੇ, ਹਵਾ ਦੇ ਆਪਣੇ, ਆਕਾਸ਼ ਦੇ ਆਪਣੇ। ਕਿਉਂਕਿ ਮੈਂ ਇਸ ਬਹਿਸ ਚ ਨਹੀਂ ਪੈਣਾ ਹੈ ਕਿ ਆਕਾਸ਼ ਨੂੰ ਅਸੀਂ ਤੱਤਵ ਮੰਨੀਏ ਜਾਂ ਨਾ ਮੰਨੀਏ, ਲੰਬੀ ਬਹਿਸ ਚਲੇ ਜਾਏਗੀ, ਹੋਰ ਪਾਸੇ ਨੂੰ ਆਪਾਂ ਡਿਰੇਲ ਹੋ ਜਾਵਾਂਗੇ। ਕਿਉਂਕਿ ਸਾਡੇ 4 ਵਾਕ, ਸਾਡੇ ਪਦਾਰਥਵਾਦੀ ਜਿਹੜੇ ਸੀਗੇ ਉਹ 4 ਹੀ ਐਲੀਮੈਂਟ ਮੰਨਦੇ ਸੀਗੇ। ਬਾਅਦ ਦੇ ਵਿੱਚ 5ਵਾਂ ਐਲੀਮੈਂਟ ਉਹ ਬ੍ਰਾਹਮਣਿਕ ਆਈਡੀਓਲੋਜੀ ਚੋਂ ਆਇਆ ਹੋਇਆ, ਜਿਹਨੂੰ ਉਹ ਇੱਕ ਮਤਲਬ ਪਦਾਰਥ ਦੇ ਰੂਪ ਦੇ ਵਿੱਚ ਨਹੀਂ ਆ। ਆਪਾਂ ਇਸ ਦੇ ਉੱਤੇ ਕਿਤੇ ਫੇਰ ਚਿੰਤਨ ਕੀਤਾ ਜਾ ਸਕਦਾ ਹੈ, ਪਰ ਉਹ ਜੇ ਉਹ ਸਾਰੇ ਦੇ ਸਾਰੇ ਤੱਤਵ ਤੁਹਾਡੇ ਵਿੱਚ ਮੌਜੂਦ ਨੇ, ਤੇ ਫਿਰ ਜਿਹੜੇ ਜਿਨ੍ਹਾਂ ਨੂੰ ਤੁਸੀਂ ਵਕਾਰ ਕਹਿੰਦੇ ਆ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਆ, ਉਹਨਾਂ ਦੇ ਵਜੂਦ ਤੋਂ ਤੁਸੀਂ ਇਨਕਾਰੀ ਨਹੀਂ ਕੀਤੇ ਜਾ ਸਕਦੇ। ਹਾਂ, ਜੇ ਉਸ ਗੱਲ ਨੂੰ ਤੁਸੀਂ ਅੰਡਰਸਟੈਂਡ ਕਰ ਲਓ, ਜੇ ਉਸ ਗੱਲ ਨੂੰ ਤੁਸੀਂ ਸਮਝ ਲਓ,
ਯਾਰ ਪਤਾ ਨਹੀਂ ਕਿਤੇ ਸ਼ਬਦਾਂ ਦਾ ਇੱਧਰ ਉੱਧਰ ਨਾ ਹੋ ਜਾਵੇ, ਕਿਤੇ ਡਰ ਲੱਗੇ ਰਹਿੰਦਾ, ਪਰ ਫਿਰ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਇਹ ਸਤਿਗੁਰੂ ਲੋਕ ਕਿੱਥੇ ਜਾ ਕੇ ਇਹਨਾਂ ਧਰਾਤਲਾਂ ਤੇ ਵਿਚਰਦੇ ਸੀਗੇ, ਕਿੱਥੇ ਜਾ ਕੇ ਚਿੰਤਨ ਇਹਨਾਂ ਦਾ ਹੁੰਦਾ ਸੀ, ਆਪਣੇ ਆਪ ਨੂੰ ਖੰਗਾਲਦੇ ਆ ਕਿੱਡਾ ਦੂਰ ਤੱਕ ਨਿਕਲ ਜਾਂਦੇ ਸੀਗੇ। ਸਤਿਗੁਰ ਰਵਿਦਾਸ, ਜੇ ਗੋਰਖ ਹੈ ਤਾਂ ਸਤਿਗੁਰ ਰਵਿਦਾਸ ਹੈ। ਰਾਗ ਧਨਾਸਰੀ ਚ ਗੋਰਖ ਬਾਣੀ ਹੈ, ਉਹਦੀ ਇੱਕ ਮੈਂ ਲਾਈਨ ਪੜ੍ਹ ਰਿਹਾ ਸੀਗਾ, ਮੈਂ ਹੈਰਾਨ ਰਹਿ ਗਿਆ ਯਾਰ। ਰਾਗ ਧਨਾਸਰੀ ਦੇ ਨਾਮ ਤੇਰੇ ਕੀ ਜੋਤ ਜਗਾਈ ਭਇਓ ਉਜਿਆਰੋ ਭਵਨ ਸਗਲਾਰੇ। ਰਾਗ ਧਨਾਸਰੀ ਚ ਸਤਿਗੁਰ ਰਵਿਦਾਸ ਉਹਨਾਂ ਦੀ ਆਰਤੀ ਹੈ ਤੇ ਉਹਦੇ ਵਿੱਚ ਲਾਈਨ ਹੈ, ਨਾਮ ਤੇਰੇ ਕੀ ਜੋਤ ਜਗਾਈ ਭਇਓ ਉਜਿਆਰੋ ਭਵਨ ਸਗਲਾਰੇ। ਥਾਟ ਦੇ ਟਰੈਵਲ ਦੀ ਮੈਂ ਗੱਲ ਕਰ ਰਿਹਾ ਹਾਂ ਕਿ ਕਿਸ ਤਰੀਕੇ ਦੇ ਨਾਲ। ਔਰ ਈਸ ਫਿਰ ਮਰੋ ਰੇ ਜੋਗੀ ਮਰੋ, ਔਰ ਅਰਦੈ ਜਾਤਾ ਔਰਦੈ ਧਰੇ ਕਾਮ, ਦਗਦ ਜੋ ਜੋਗੀ ਕਰੇ ਦੀ ਅਵਸਥਾ ਜਿਹੜੀ ਹੈ ਉਹ ਫਿਰ ਸਤਿਗੁਰ ਰਵਿਦਾਸ ਜਦੋਂ ਬਿਆਨ ਕਰਦੇ ਨੇ, ਕਹਿੰਦੇ ਨਾਥ ਕਛ ਹੂ ਨਾ ਜਾਣਿਓ, ਮਨ ਮਾਇਆ ਕੇ ਹਾਥ ਬਿਕਾਨਿਓ। ਆਏ ਹਾਏ तुम कहियत जगत गुर स्वामी, हम कहियत कल युग के कामी। इन पंचन मुर मन जो बिगारियो, पल पल हर जीते अंतर पारियो, जत देखो तत दुख की राशि, अजू न बध्याए निगम पैसा की। कैसा चिंतन है, अंदर पाड़ रहा, काम क्रोध लोभ मोह अहंकार अंदर पाड़ रहा है। ਇਹ ਚਿੰਤਨ ਹੈ, ਇਹ ਬਹੁਤ ਮਹੱਤਵਪੂਰਨ ਚਿੰਤਨ ਹੈ। ਇਹ ਗੋਰਖ ਦਾ ਚਿੰਤਨ ਹੈ। ਇਹ ਗੋਰਖ ਦੀਆਂ ਜਿਹੜੀਆਂ ਫਿਰ ਰੂਟਸ ਚੱਲੀਆਂ ਆਉਂਦੀਆਂ ਨੇ, ਜਿਹੜੀਆਂ ਸ਼ਾਖਾਵਾਂ ਚੱਲੀਆਂ ਆਉਂਦੀਆਂ ਨੇ, ਇਹ ਫਿਰ ਉਹਨਾਂ ਦਾ ਚਿੰਤਨ ਹੈ। ਇਸ ਚਿੰਤਨ ਨੂੰ ਜਦੋਂ ਅਸੀਂ ਸਮਝਦੇ ਹਾਂ, ਇਸ ਤਰੀਕੇ ਜਦੋਂ ਅਸੀਂ ਗੋਰਖ ਨੂੰ ਸਮਝਦੇ ਹਾਂ, ਤੇ ਫਿਰ ਗੋਰਖ ਦਾ ਮਰਨ ਜਿਹੜਾ ਹੈ, ਮਰੋ ਰੇ ਜੋਗੀ ਮਰੋ, ਲਾਗੀ ਕਾਂਸੀ ਗਿਆਨ ਕੀ ਤੇ ਪਲਟੂ ਬੂਆ ਤੁਰੰਤ। ਤਾਂ ਅਸੀਂ ਉਸ ਸਾਰੇ ਦੇ ਮਰਨ, ਉਸ ਸਾਰੇ ਦੀਆਂ ਹੱਸਦੇ ਖੇਲ ਬੈ ਕਰ ਧਿਆਨ ਅੰਗ ਕਿਹੜਾ ਯਾਰ, ਧਿਆਨ ਤਾਂ ਅੰਡਰਸਟੈਂਡਿੰਗ ਧਿਆਨ ਹੈ। ਯਾ ਦੋਸਤੋ ਇੱਕ ਹੋਰ ਸੰਕਟ ਆ ਜਾਣਾ ਮੇਰੇ ਖਿਆਲ ਦੇ ਨਾਲ। ਮੈਂ ਕੁਝ ਨੁਕਤੇ ਸਾਂਝੇ ਕੀਤੇ ਨੇ। ਬੈਟਰੀ ਮੋਬਾਈਲ ਦੀ ਜਵਾਬ ਦੇਣ ਵਰਗੀ ਸਾਈਨ ਉਹਨੇ ਦਿੱਤੇ ਆ। ਜੇ ਕਦੇ ਕੁਐਸਚਨ ਦਾ ਆਪਾਂ ਆਨਸਰ ਲੈ ਸਕੀਏ ਤੇ ਮੈਂ ਪ੍ਰੋਫੈਸਰ ਲਖਬੀਰ ਹੋਰਾਂ ਨੂੰ ਕਹਾਂਗਾ ਆਪਾਂ ਫੇਰ ਕਿਸੇ ਵੇਲੇ ਪੂਰੇ ਧਿਆਨ ਦੇ ਨਾਲ, ਜਦੋਂ ਤੁਸੀਂ ਹੁਕਮ ਕਰੋਗੇ, ਕੋਈ ਏਡੀ ਗੱਲ ਨਹੀਂ। ਮੈਂ ਤਾਂ ਕਾਮਾ ਬੰਦਾ, ਮੈਂ 24 ਘੰਟੇ ਇਸ ਚਿੰਤਨ ਚ ਹੀ ਰਹਿਣਾ ਹੁੰਦਾ ਆ। ਪਰ ਥੋੜਾ ਸਮੇਂ ਚ ਮੈਂ ਕੁਝ ਗੱਲਾਂ ਕੀਤੀਆਂ ਨੇ ਮੇਰੇ ਖਿਆਲ ਦੇ ਨਾਲ। ਅੱਜ ਤਾਂ ਨਹੀਂ ਆਉਣਾ, ਪਰ ਚੰਗਾ ਜ਼ਰੂਰ ਲੱਗਿਆ। ਸਰ ਜੇ ਚਾਰਜਰ ਦਾ ਪ੍ਰਬੰਧ ਹੈਗਾ ਤਾਂ ਪਰ ਉਹ ਤੰਗੀ ਹੈਗੀ। ਇਹ ਸਰਦਾਰ ਸਿੰਘ ਮਾਨ ਹੋਰਾਂ ਦਾ ਮੋਬਾਈਲ ਦੇ ਉੱਤੇ ਤੁਹਾਡੇ ਚੱਲ ਸਕਿਆ ਪ੍ਰੋਗਰਾਮ। ਉਹ ਮੋਬਾਈਲ ਮੇਰੇ ਵਾਲਾ ਥੋੜਾ ਜਿਹਾ ਜਾਂ ਫਿਰ ਗੱਲਾਂ ਬਾਵਾ ਮੈਨੂੰ ਲੱਗਦਾ ਮੈਂ 40 ਮਿੰਟ ਤੋਂ 40 ਮਿੰਟ ਗੱਲ ਕੀਤੀ ਹੈ। ਜੇ ਕੁਝ ਹੈ ਤਾਂ ਜੇ ਹਾਂਜੀ ਸਰ, ਜੇ ਪ੍ਰਬੰਧ ਹੋ ਸਕਦਾ ਤਾਂ ਠੀਕ ਹੈ। ਹੈਲੋ, ਆਪਾਂ ਵੈਸੇ ਜੇ 10 ਮਿੰਟ ਗੱਲ ਕਰ ਸਕਦੇ ਹਾਂ ਕੁਐਸਚਨ ਆਨਸਰ ਤੇ। ਹਾਂਜੀ ਹਾਂਜੀ ਸਰ, ਠੀਕ ਹੈ ਸਰ। ਬਹੁਤ ਬਹੁਤ ਧੰਨਵਾਦ ਦੇਸਰਾਜ ਕਾਲੀ ਜੀ ਜਿਹੜਾ ਇੱਥੇ ਹੀ ਜਿਹੜੇ ਲੈਕਚਰ ਕਰਾਂਗੇ। ਕੁਝ ਸਵਾਲ ਜਿਹੜੇ ਹੈਗੇ ਨੇ ਉਹ ਆਪਾਂ ਸਾਂਝੇ ਕਰਾਂਗੇ। ਤੇ ਪਹਿਲਾ ਸਵਾਲ ਸਰ ਇਹ ਸੀਗਾ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਹਜ਼ਾਰੀ ਪ੍ਰਸਾਦ ਤਵਿਵੇਦੀ ਜਾਂ ਹਿੰਦੀ ਦੇ ਕਈ ਸਾਹਿਤਕਾਰ ਜਿਹੜੇ ਆਲੋਚਕ ਨੇ ਉਹ ਪੜ੍ਹ ਰਿਹਾ ਸੀ। ਜਿਹੜੀ ਖਾਸ ਤੌਰ ਤੇ ਉਹਨਾਂ ਦਾ ਸਵਾਲ ਸੀ ਜਾਂ ਪੰਜਾਬੀ ਦੇ ਵਿੱਚ ਜਿਹੜੀ ਡਿਸਕਸ਼ਨ ਨਹੀਂ ਹੋਈ, ਪੰਜਾਬੀ ਦੇ ਵਿੱਚ ਉਸ ਤਰ੍ਹਾਂ ਉਹਦੀ ਚਰਚਾ ਨਹੀਂ ਹੋਈ ਕਿ ਨਾਥ ਯੋਗੀਆਂ ਦਾ ਜਿਹੜਾ ਸਾਹਿਤ ਆ, ਅਸੀਂ ਉਸ ਸਾਹਿਤ ਨੂੰ ਜਾਂ ਜ਼ਿਆਦਾਤਰ ਜਿਹੜੇ ਵਿਦਵਾਨ ਨੇ ਉਹ ਉਸ ਨੂੰ ਚਮਤਕਾਰੀ ਜਾਂ ਇੱਕ ਜੋਗ ਦੇ ਪਰਪਸ ਤੋਂ ਦੇਖਦੇ ਨੇ, ਜ਼ਿਆਦਾਤਰ ਜਿਹੜਾ ਭਾਰੂ ਰੁਝਾਨ। ਮੈਂ ਇਹ ਗੱਲ ਜਾਣਨੀ ਚਾਹਾਂਗਾ
ਕਿ ਜਿਹੜੇ ਨਾਥ ਜੋਗੀਆਂ ਦਾ ਸਾਹਿਤ ਆ ਉਹਦੀ ਸਮਾਜਿਕ ਭੂਮਿਕਾ ਕੀ ਬਣਦੀ ਆ ਉਸ ਦੌਰ ਦੇ ਵਿੱਚ, ਉਹਦੀ ਸੋਸ਼ਲ ਰੈਲੇਵੈਂਸ ਕੀ ਬਣਦੀ ਆ ਉਸ ਦੌਰ ਦੇ ਵਿੱਚ। ਅਸੀਂ ਉਸ ਨੂੰ ਜੇ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੱਧਕਾਲ ਦੇ ਵਿੱਚ ਆ ਕੇ ਉਹ ਕੰਟੀਨਿਊ ਹੋ ਰਿਹਾ। ਮੱਧਕਾਲ ਦੀਆਂ ਜਿਹੜੀਆਂ ਭਾਵੇਂ ਉਹ ਕਿੱਸਾ ਕਾਵਿ ਦੇ ਵਿੱਚ ਅਸੀਂ ਗੱਲ ਕਰੀਏ ਜਾਂ ਸਾਡੇ ਗੁਰਮਤਿ ਕਾਵਿ ਦੇ ਵਿੱਚ, ਉਸ ਦੌਰ ਦੇ ਵਿੱਚ ਜੋਗੀ ਜੋ ਉਹਨਾਂ ਦੀ ਵਿਚਾਰਧਾਰਾ ਸੀ, ਜੋ ਸਾਹਿਤ ਰਚ ਰਹੇ ਸੀ, ਉਹਦੀ ਸਮਾਜਿਕ ਭੂਮਿਕਾ ਦੇ ਉੱਤੇ ਸਾਨੂੰ ਥੋੜਾ ਜਿਹਾ ਚਾਨਣਾ ਪਾਓ। ਸਮਾਜਿਕ ਭੂਮਿਕਾ ਜੇ ਦੇਖਣੀ ਹੋਵੇ ਤਾਂ ਸਾਡੇ ਚਿੰਤਨ ਨਹੀਂ ਹੋਇਆ ਹੈ। ਸੱਚੀ ਗੱਲ ਤਾਂ ਇਹ ਹੈ, ਮੇਰੇ ਕੋਲ ਧਰਮਪਾਲ ਸਿੰਘਲ ਤੇ ਬਲਦੇਵ ਸਿੰਘ ਬੱਦਣ ਹੋਣਾ ਦੀ ਐਡਿਟ ਕੀਤੀ ਨਾਥ ਬਾਣੀ ਲੈ ਕੇ ਮੈਂ ਕਿਤਾਬ ਉਹਨਾਂ ਦੀ ਦੇਖ ਰਿਹਾ ਸੀਗਾ। ਮਾਈ ਗॉड, ਕਈ ਜਗ੍ਹਾ ਤਾਂ ਮੈਨੂੰ ਮਤਲਬ ਮੈਂ ਹੁਣ ਸ਼ਬਦ ਕਹਿ ਦੇ, ਮੈਨੂੰ ਸ਼ਰਮ ਆਈ ਯਾਰ ਕਿ ਅਸੀਂ ਕਿਹੋ ਜਿਹੇ ਚਿੰਤਨ ਚ ਪਏ ਹੋਏ ਆ। ਅਸੀਂ ਜਦੋਂ ਸਮਝਣਾ ਹੈ ਯਾਰ ਗੋਰਖ ਨੂੰ ਇਹ ਕਿਤੇ ਏਡਾ ਸੌਖਾ ਪਿਆ ਹੈ, ਜਾਂ ਅਸੀਂ ਜਿਹੜਾ ਲੋਕਾਂ ਨੇ ਇਹਨਾਂ ਨੇ ਪ੍ਰਚਾਰਿਆ, ਮੈਂ ਖਾਸ ਤੌਰ ਤੇ ਕਿਹਾ ਕਿ ਸਿੱਧ ਗੋਸ਼ਟ ਤੋਂ ਬਾਅਦ ਅਸੀਂ ਉਸ ਡਿਬੇਟ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਬਾਬਾ ਸਾਡਾ ਕਿਹੜੀ ਸਦੀ ਚ ਹੋਇਆ ਔਰ ਉਸ ਵੇਲੇ ਤੱਕ ਕਿਹੜੀਆਂ ਕਿਹੜੀਆਂ ਟ੍ਰੈਡੀਸ਼ਨ ਕਿਸ ਪਾਸੇ ਨੂੰ ਚਲੇ ਗਈਆਂ ਸੀਗੀਆਂ। ਤਾਂ ਮੈਂ ਦੋ ਉਦਾਹਰਨਾਂ ਤੁਹਾਡੇ ਨਾਲ ਗੱਲ ਕਰ ਲੈਣਾ। ਪੂਰਨ ਭਗਤ ਦਾ ਕਿੱਸਾ ਆਪਾਂ ਪੜ੍ਹਦੇ ਹਾਂ ਤੇ ਨਾਥ ਹੋ ਗਿਆ ਸੀ, ਜੋਗੀ ਹੋ ਗਿਆ ਸੀਗੇ, ਗੁਰਖਨਾਥ ਨੇ ਦੀਕਸ਼ਿਤ ਕੀਤੇ ਸੀਗੇ। ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮਾਤਾ ਔਰ ਆਪਣੇ ਬਾਪ ਦੇ ਏਰੀਆ ਚ ਜਾਣ ਦੀ ਹਦਾਇਤ ਹੋਈ ਸੀ। ਉਹਨਾਂ ਦੇ ਸੁੱਕਿਆ ਬਾਗ ਹਰਾ ਹੋ ਗਿਆ। ਪਿਤਾ ਸਲਵਾਨ ਨੂੰ ਤੇ ਮਾਤਾ ਲੂਣਾ ਨੂੰ ਜਦੋਂ ਪਤਾ ਲੱਗਿਆ, ਤੇ ਹੁਣ ਪਤਾ ਵੀ ਲੱਗ ਗਿਆ ਕਿ ਭਾਈ ਇਹ ਜੋਗੀ ਚਰੰਗੀ ਨਾਥ ਜਿਹੜਾ ਹੈ ਕੌਣ ਹੈ ਜਾਂ ਕੀ ਹੋਇਆ, ਸਾਰੇ ਦਾ ਸਾਰਾ ਉਹ ਸਾਰੇ ਕਿੱਸਾ ਅਸੀਂ ਸਾਰੇ ਜਾਣਦੇ ਆ। ਪਰੰਤੂ ਤੁਸੀਂ ਇਹ ਦੇਖੋਗੇ ਕਿ ਫੇਰ ਜੇ ਰਾਜਾ ਰਸਾਲੂ ਪੈਦਾ ਹੁੰਦਾ ਹੈ ਲੂਣਾ ਦੀ ਕੁੱਖੋਂ, ਤਾਂ ਉਹ ਇਸੇ ਜੋਗੀ ਦੇ ਵਰ ਦੇ ਨਾਲ, ਇਸੇ ਜੋਗੀ ਦੇ ਕਿਤੇ ਦ੍ਰਵਿਤ ਹੋ ਜਾਣ ਦੇ ਨਾਲ, ਜਾਂ ਉਹਦੇ ਫਿਰ ਉਹ ਮਹੱਤਵ ਨੂੰ ਅਸੀਂ ਮੈਟਾਫੋਰਿਕਲੀ ਜਦੋਂ ਸਮਝਣਾ ਹੁੰਦਾ ਹੈ, ਉਹ ਲੂਣਾ ਤੇ ਸਲਵਾਨ ਉਹਦੇ ਕੋਲ ਨਮੋਸ਼ੀ ਦੇ ਮਾਰੇ ਜਾਂਦੇ ਨੇ, ਜਾਂ ਮਾਤਾ ਇਸ਼ਰਾ ਉਹਦੇ ਕੋਲ ਜਿਸ ਵੇਲੇ ਜਾਂਦੀ ਹੈ ਤੇ ਉਹਦੇ ਅੱਖਾਂ ਦੀ ਰੌਸ਼ਨੀ ਦਾ ਵਾਪਸ ਆਉਣਾ, ਤੇ ਜਾਂ ਫਿਰ ਜਿਹੜਾ ਗੁੱਗਾ ਜਾਰਵੀਰ ਦੀ ਅਸੀਂ ਜਦੋਂ ਕਥਾ ਸੁਣਦੇ ਹਾਂ ਤਾਂ ਮਾਤਾ ਵਾਸਲਾ ਜਿਹੜੀ ਗੁੱਗੇ ਦੀ ਮਾਤਾ ਹੈ ਉਹ ਨਾਥਾਂ ਦੇ ਡੇਰੇ ਤੇ ਜਾ ਕੇ ਉਹਨਾਂ ਦੀ ਸੇਵਾ ਕਰਦੀ ਹੈ। ਤੇ ਉਸ ਕਥਾ ਦੇ ਵਿੱਚ ਚੂਸ ਕੇ ਲਾਉਂਦੀ ਹੈ, ਉਹਨਾਂ ਦੀ ਸੇਵਾ ਕਰਦੇ ਆ। ਤੁਸੀਂ ਇਹਨੂੰ ਮੈਟਾਫੋਰਿਕਲੀ ਦੇਖੋਗੇ ਤਾਂ ਸਾਡੇ ਸਮਾਜ ਦੇ ਵਿੱਚ ਨਾਥਾਂ ਜੋਗੀਆਂ ਦੀ ਜਿਹੜੀ ਮਨੌਤ ਹੈ ਉਹ ਕਿੱਡੀ ਵੱਡੀ ਪੱਧਰ ਤੇ ਉਸ ਵੇਲੇ ਸੋਸ਼ਲ ਰੈਲੇਵੈਂਸ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ। ਤਾਂ ਜੇ ਮੈਂ ਆਪਣਾ ਚਿੰਤਨ ਮੰਥਨ ਕਰਦੇ ਹਾਂ, ਤੁਹਾਨੂੰ ਦੱਸਦਾ ਕਿ ਮੈਂ ਬਚਪਨ ਚ ਉਹ ਨਾਥ ਸੁਣਿਆ ਹੋਇਆ ਹੈ ਜਿਹਨੂੰ ਲੱਕੜ ਦੇ ਤਖਤ ਪੋਸ਼ ਤੇ ਬੈਠ ਕੇ ਚਿੰਤਨ ਕਰਦਾ ਸੀ, ਮਤਾਲਿਆ ਕਰਦਾ ਸੀ, ਬੁੱਧਿਸਟ ਲਿਟਰੇਚਰ ਦੀਆਂ ਗੱਲਾਂ, ਮਹਾਭਾਰਤ ਦੀਆਂ ਗੱਲਾਂ ਕਰਦਾ ਸੀ, ਕ੍ਰਿਸ਼ਨ ਦੀਆਂ ਗੱਲਾਂ ਕਰਦਾ ਸੀ, ਜਿਸ ਵੇਲੇ ਉਹ ਮਹਾਭਾਰਤ ਦੀਆਂ ਗੱਲਾਂ, ਸਿੱਧ ਚਾਨੋ ਦੀਆਂ ਗੱਲਾਂ ਕਰਦਾ ਸੀ ਜਿਹੜਾ ਕਿਤੇ ਦਲਿਤਾਂ ਦਾ ਐਂਸੈਸਟਰ ਹੋਇਆ, ਔਰ ਉਹਦੀਆਂ ਭੈਣਾਂ ਕਿਵੇਂ ਉਹ ਰਿੱਧੀ ਸਿੱਧੀ ਉਹ ਸਾਰੀਆਂ ਸਾਨੂੰ ਦੱਸਦਾ ਸੀ। ਨਾਥ ਤਾਂ ਕਿਤੇ ਨਾ ਕਿਤੇ ਬੀਬੀਆਂ ਜਿਹੜੀਆਂ ਆ ਉਹ ਵੀ ਉੱਥੇ ਮੌਲਮ ਹੁੰਦੀਆਂ ਸੀਗੀਆਂ, ਲੰਗੋਟ ਧਾਰਨ ਇਕੱਲਾ ਕੀਤਾ ਹੁੰਦਾ ਸੀਗਾ ਉਹਨਾਂ ਨਾਥਾਂ ਨੇ, ਹਨਾ। ਤਾਂ ਕਿਤੇ ਨਾ ਕਿਤੇ ਉਹ ਸ਼ਰਧਾ ਜਿਹੜੀ ਹੈ ਉਹ ਸਾਡੀ ਸੋਸ਼ਲ, ਉਹ ਸਾਡੀ ਫਿਲਾਸਫੀ ਦੀ ਕੰਟੀਨਿਊਏਸ਼ਨ ਜਿਹੜੀ ਹੈ, ਅਸੀਂ ਸਹਿਜ ਰਹਿਣਾ ਖਤਮ ਕਰ ਲਿਆ ਯਾਰ। ਅਸੀਂ ਉਹ ਜਿਹੜੇ ਸਿੱਧ ਸਾਨੂੰ ਜਿਹੜੀ ਮੈਂ ਗੱਲ ਕਰਦਾ ਹੈ ਕਿ ਅਰਧੇ ਜਾਤਾ ਉਰਦੇ ਧਰੇ ਦੀ ਕਾਮ ਦਗਦ ਕਰਨ ਦੀਆਂ ਗੱਲਾਂ ਸੀਗੀਆਂ, ਤੇ ਭਾਈ ਸਾਡੇ ਆਮ ਲੋਕ ਵੀ ਦਗਦ ਕਰ ਦਿੰਦੇ ਸੀਗੇ। ਉਹ ਨਾਥ ਹੀ ਹੁੰਦੇ ਸੀਗੇ ਕਿਉਂਕਿ ਉਹਨਾਂ ਟ੍ਰੈਡੀਸ਼ਨਸ ਦੇ ਵਿੱਚੋਂ ਆਇਆ ਕਿਉਂ ਖੜਾਵਾ ਪਾਉਂਦੇ ਸੀਗੇ। ਉਹ ਇਸ ਤਰੀਕੇ ਦੇ ਨਾਲ ਉਹ ਨਸ ਨੂੰ ਮੈਂ ਕਹਿੰਦਾ ਇਹ ਜਿਹੜੇ ਇੰਨੇ ਅਸੀਂ ਉਹਨੂੰ ਸੰਕਟ ਇੰਨਾ ਪਾ ਲਿਆ ਕਿ ਉਹਨਾਂ ਨੂੰ ਅਸੀਂ ਸਮਝਿਆ ਹੀ ਨਹੀਂ। ਇਹ ਯੋਗ ਆਸਣ, ਯੋਗ ਮੁਦਰਾਵਾਂ, ਇਹ ਨੇਚਰ ਨਾਲ ਇੱਕ ਮਿਕਤਾ ਦੀ ਗੱਲ ਹੈ। ਨੇਚਰ ਚ ਨੇਚਰ, ਜਲ ਚ ਜਲ ਹੋ ਜਾਣ ਵਰਗੀ ਅਵਸਥਾ ਦੀਆਂ ਗੱਲਾਂ, ਇਹਨਾਂ ਦੀ ਬਾਣੀ ਦੀ ਗੱਲ ਹੀ ਨਹੀਂ ਹੋਈ। ਅਸੀਂ ਹੁਣ ਕੋਸ਼ਿਸ਼ ਕਰਦੇ, ਮੈਂ ਨੈਣ ਸੁੱਖ ਹੋਰਾਂ ਦਾ ਹਵਾਲਾ ਦਿੱਤਾ ਸੀਗਾ, ਉਹਨਾਂ ਦੀ ਕਿਤਾਬ ਸਟੂਡੈਂਟ ਪੜ੍ਹ ਸਕਦੇ ਨੇ, ਧਰਤੀ ਪੰਜ ਦਰਿਆਈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਸਮਾਜਿਕ ਮਹੱਤਵ ਕਿੰਨਾ ਸੀ ਇਹਨਾਂ ਨਾਥਾਂ ਦਾ, ਇਹਨਾਂ ਜੋਗੀਆਂ ਦਾ, ਇਹਨਾਂ ਸਿੱਧ ਪੁਰਖਾਂ ਦਾ। ਔਰ ਤੁਸੀਂ ਇਕੱਲਾ ਇੱਥੇ ਹੀ ਦੇਖੋਗੇ, ਦਾਵਾ ਕਰਦੇ ਨੇ ਯਾਰ ਨੇਪਾਲ ਵਾਲੇ ਕਹਿੰਦੇ ਗੋਰਖ ਸਾਡਾ, ਚੀਨ ਵਾਲੇ ਕਹਿੰਦੇ ਗੋਰਖ ਸਾਡਾ, ਲਾਵੇਂ ਕਹਿੰਦੇ ਗੋਰਖ ਸਾਡਾ, ਅਸੀਂ ਪੰਜਾਬੀ ਕਹਿੰਦੇ ਆ ਗੋਰਖ ਸਾਡਾ, ਹਨਾ। ਸੋ ਇਹ ਸਿਆਲਕੋਟੀਏ ਕਹਿੰਦੇ ਗੋਰਖ ਸਾਡਾ, ਅਸੀਂ ਦੁਆਬੀਏ ਕਹਿੰਦੇ ਗੋਰਖ ਸਾਡਾ, ਕਿਉਂਕਿ ਸਾਡੇ ਕੋਲ ਜਲੰਧਰੀ ਬਾਦ ਬੁੱਧਿਸਟ ਮੌਕ ਗੋਰਖ ਆ ਉਹ ਸਾਡਾ। ਸੋ ਗੋਰਖ ਵੀ ਇੱਕ ਨਹੀਂ ਹੈ।
ਹਨਾ। ਸੋ ਮਚੰਦਰ ਨਾਥ ਜਾਂ ਅਸੀਂ ਭਰਤਰੀ ਹਰੀ ਉਹਨਾਂ ਨੂੰ ਦੇਖਦੇ ਹਾਂ ਤਾਂ ਸ਼ਿੰਗਾਰ ਸ਼ਤਕ ਤੋਂ ਲੈ ਕੇ ਜਿੰਨੇ ਉਹਨਾਂ ਨੇ ਉਹ ਸਾਰੇ ਦੇ ਸਾਰੇ ਕਿੰਨਾ ਕਾਰਜ ਹੈ ਉਹਨਾਂ ਦਾ ਜਿਹੜਾ ਅਸੀਂ ਦੇਖ ਸਕਦੇ ਹਾਂ। ਔਰ ਉਹ ਰਾਜੇ ਹੋ ਕੇ ਜਦੋਂ ਜੋਗ ਵੱਲ ਨੂੰ ਆਉਂਦੇ ਨੇ ਆਪਣੀ ਮਾਂ ਦੇ, ਸ਼ੀ ਵਾਜ਼ ਆਲਸੋ ਏ ਬੁੱਧਿਸਟ ਔਰ ਨਾਥ ਪੋਇਟੈਸ, ਹਨਾ। ਸੋ ਮੈਨੂੰ ਲੱਗਦਾ ਕਿ ਅਸੀਂ ਸਾਡੇ ਚਿੰਤਨ ਨਹੀਂ ਹੋਇਆ ਹੈ, ਉਹਨਾਂ ਦੀ ਬਾਣੀ ਤੇ ਵੀ ਨਹੀਂ ਹੋਇਆ, ਉਹਨਾਂ ਦੇ ਜੀਵਨ ਤੇ ਵੀ ਨਹੀਂ ਹੋਇਆ। ਅਸੀਂ ਸਿਰਫ ਸਿੱਧ ਗੋਸ਼ਟ ਤੇ ਕੀਤਾ ਤੇ ਬਾਬੇ ਨੂੰ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਾਬਾ ਜਿਹੜਾ ਗੱਲ ਕਰ ਰਿਹਾ ਹੈ ਉਹ ਕੇਸ ਧਰਾਤਲ ਤੇ ਖੜ ਕੇ ਕਰ ਰਿਹਾ ਹੈ ਤੇ ਉਹਨਾਂ ਨੂੰ ਕਿਉਂ ਅੰਜਨ ਮਾਹੇ ਨਿਰੰਜਨ ਰਹੀ ਹੈ। ਕੌਮੀਆਂ ਚ ਮੈਂ ਕਿਹਾ ਸੀਗਾ ਗੋਰਖ ਦੀ ਸਿਧਾਂਤ ਕੀ ਹੈ, ਇਹ ਗੋਰਖ ਦਾ ਸਿਧਾਂਤ ਹੈ। ਅੰਜਨ ਮਾਹੇ ਨਿਰੰਜਨ ਦਾ ਸਿਧਾਂਤ ਗੋਰਖ ਦਾ ਸਿਧਾਂਤ ਹੈ। ਆਪਾਂ ਫਿਰ ਕਿਤੇ ਗੱਲਾਂ ਕੀਤੀਆਂ ਤਾਂ ਮੈਂ 2-4 ਸ਼ਬਦ ਗੋਰਖ ਦੇ ਡਿਸਕਸ ਕਰਨੇ ਚਾਹੁੰਦਾ ਸੀਗਾ, ਉਹ ਥੋੜਾ ਆਪਣੇ ਕੋਲ ਟਾਈਮ ਪਹਿਲਾਂ ਵੀ ਲੇਟ ਹੋ ਗਿਆ। ਆਪਾਂ ਹੁਣ ਵੀ ਥੋੜੀ ਜਿਹੀ ਮੈਨੂੰ ਅਲਾਰਮਿੰਗ ਸਥਿਤੀ ਹੋ ਗਈ ਸੀ ਤਾਂ ਫਿਰ ਮੈਂ ਉਸ ਸ਼ਬਦ ਤੇ ਹੀ ਖਤਮ ਕਰਤਾ ਕਿ ਗਾਂ ਫਿਰ ਜੇ ਵਿੱਚੋਂ ਬ੍ਰੇਕ ਲੱਗ ਜਾਵੇ ਫਿਰ ਬੇਸਵਾਦੀ ਗੱਲ ਹੋ ਜਾਂਦੀ ਹੈ। ਹਾਲ ਦੀ ਘੜੀ ਮੈਂ ਕਿਹਾ ਇੰਨੀਆਂ ਤੋਂ ਬਾਅਦ ਜੇ ਕੋਈ ਕੁਐਸਚਨ ਹੋਵੇ ਤਾਂ ਆਪਾਂ ਕਰ ਸਕਦੇ। ਸੋ ਬਹੁਤ ਜ਼ਿਆਦਾ ਮਹੱਤਵ ਹੈ। ਬਹੁਤਾ ਹਿੰਦੀ ਚ ਵੀ ਕੰਮ ਨਹੀਂ ਹੋਇਆ ਜਿਹੜਾ ਹੋਣਾ ਚਾਹੀਦਾ ਸੀਗਾ ਆਲੇ ਦੁਆਲੇ ਜ਼ਬਾਨ। ਅੰਗਰੇਜ਼ੀ ਚ ਕੁਝ ਕੰਮ ਮਿਲਦੇ ਨੇ ਪਰ ਫਿਰ ਉਹ ਵੈਸਟਰਨ ਤਰੀਕੇ ਦੇ ਨਾਲ ਹੀ ਮਿਲਦੇ ਨੇ। ਉਹ ਉੱਤੇ ਕੌਮਾ ਪਾ ਕੇ ਨੰਬਰ 1 ਉਹ ਇੱਥੇ ਚਲੇਗਾ, ਨੰਬਰ 2 ਨੰਬਰ 3 ਉਹ ਇੰਨੀ ਟੈਕਨੀਕੈਲਿਟੀ ਜਿਹੀ ਹੁੰਦੀ ਆ ਵੀ ਤੁਹਾਨੂੰ ਪੜ੍ਹਨੇ ਵੀ ਮੁਸ਼ਕਿਲ ਆ। ਮੈਂ ਪੜ੍ਹਦਾ ਔਖਾ ਹੋ ਜਾਂਦਾ, ਮੈਂ ਜੇ ਕਿਤੇ ਪੜ੍ਹਦਾ ਮੈਂ ਲੈਣਾ ਥੋੜਾ ਜਿਹਾ ਆਪਣੇ ਆਪ ਨੂੰ ਮੱਥਾ ਸਾਫ਼ ਕਰਨ ਵਾਸਤੇ। ਪਰ ਜੇ ਤੁਸੀਂ ਇਹਨਾਂ ਦੀ ਬਾਣੀ ਦਾ ਪਾਠ ਹੀ ਕਰੋ ਨਾ 5-7-10 ਵਾਰ ਤੇ ਜੇ ਤੁਹਾਡੇ ਕਿਤੇ ਅੰਤਰ ਧਿਆਨ ਚ ਕਿਤੇ ਕੋਈ ਗੱਲਾਂ ਪਈਆਂ ਨੇ ਤੇ ਜਿੱਦਾਂ ਫਿਰ ਗੋਰਖ ਖੁੱਲਦੇ ਨੇ ਨਾ, ਕਿਉਂਕਿ ਆਨਲਾਈਨ ਹੋਈਦਾ ਮੈਂ ਤਾਂ ਚੁੱਪ ਕਰ ਜਾਂਦਾ, ਮੈਂ ਨਹੀਂ ਬੋਲਦਾ। ਫਿਰ ਇੱਕ ਲਫ਼ਜ਼ ਜੇ ਆ ਜਾਵੇ ਨਾ ਉਸ ਤੋਂ ਬਾਅਦ ਤੁਹਾਡਾ ਬੋਲਣਾ ਹੀ ਹਰਾਮ ਹੁੰਦਾ। ਤੁਸੀਂ ਐਵੇਂ ਬਕਵਾਸ ਕਰਦੇ ਹੋ ਤਾਂ ਕਹਿੰਦਾ ਚੁੱਪ ਕਰ ਜਾ, ਮਰੋ ਰੇ ਜੋਗੀ ਤਾਂ ਮਰ ਜਾ, ਕਹਿੰਦਾ ਯਾਰ ਛੱਡ ਹੁਣ ਤੂੰ ਕਿਹੜਾ ਬੋਲਣਾ ਹੈ ਨਾ। ਸੋ ਹਰ ਸਟੂਡੈਂਟਸ ਦੇ ਮੱਦੇ ਨਜ਼ਰ ਮੈਂ ਗੱਲ ਕਰਦਾ ਤਾਂ ਉਹਨਾਂ ਦਾ ਸਮਾਜਿਕ ਮਹੱਤਵ ਬਹੁਤ ਜ਼ਿਆਦਾ ਜਿੱਤੇ ਕੰਮ ਹੁੰਦੀ। ਹੋਰ ਸਰ ਆਪਾਂ ਦੇਖੇ ਸਿੱਧਨਾਥ ਦੀ ਪਰੰਪਰਾ ਜਿਹੜੀ ਹੈਗੀ ਆ, ਪਰੰਪਰਾ ਹੈਗੀ ਆ, ਇਹ ਬੜੀ ਬੁੱਧ ਤੋਂ ਬਾਅਦ ਪ੍ਰਵਰਤਨਕਾਰੀ ਪਰੰਪਰਾ ਦੇ ਰੂਪ ਦੇ ਵਿੱਚ ਦੇਖਦੇ ਹਾਂ ਅਸੀਂ, ਜਿਹਨੇ ਖਾਸ ਤੌਰ ਤੇ ਜਿਹੜਾ ਯਥਾ ਸਥਿਤੀਵਾਦ ਸੀ ਉਹਨੂੰ ਵੀ ਤੋੜਿਆ, ਉਹਤੇ ਵੀ ਵਾਰ ਕੀਤੇ, ਜਾਂ ਜਾਤੀ ਵਿਵਸਥਾ ਸੀ ਜਿਹੜੀ ਵਰਨ ਵਿਵਸਥਾ ਸੀ ਉਹਦੇ ਖਿਲਾਫ ਵੀ ਇੱਕ ਪ੍ਰਤੀਰੋਧ ਦੇ ਸੁਰ ਦੇ ਵਜੋਂ ਅਸੀਂ ਨਿਰੰਤਰ ਅਸੀਂ ਦੇਖਦੇ ਹਾਂ ਉਹਨੂੰ। ਜਾਂ ਜਿਹੜੀ ਇਸ ਲਈ ਇਸ ਸਾਹਿਤ ਨੂੰ ਅਸੀਂ ਇਸ ਸੰਸਕ੍ਰਿਤਿਕ ਦ੍ਰਿਸ਼ਟੀ ਤੋਂ ਵੀ ਦੇਖਿਆ ਇਹਨੂੰ ਜਾ ਸਕਦਾ। ਜਾਂ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਜਿਹੜੇ ਸਿੱਧਨਾਥ ਨੇ ਉਹ ਜਿਹੜੇ ਹੈਗੇ ਨੇ ਨੀਵੀਆਂ ਸ਼੍ਰੇਣੀਆਂ ਚ ਆਉਂਦੇ ਨੇ, ਕੁਝ ਕੁ ਸਿੱਧਨਾਥ ਹੀ ਨੇ ਜਿਹੜੇ ਉੱਚ ਸ਼੍ਰੇਣੀਆਂ ਚੋਂ ਆ ਰਹੇ ਨੇ। ਇਸ ਤੋਂ ਇਲਾਵਾ ਹਿੰਦੂ ਤੇ ਮੁਸਲਿਮ ਜਿਹੜੇ ਵਰਗ ਦੇ ਵਿੱਚੋਂ ਵੀ ਜਿਹੜੇ ਸਿੱਧਨਾਥ ਉਹ ਆ ਰਹੇ ਨੇ। ਮਸਲਨ ਅਸੀਂ ਦੇਖਿਆ 84 ਸਿੱਧਾਂ ਦੀ ਅਸੀਂ ਗੱਲ ਜੇ ਕਰੀਏ ਤਾਂ ਉਹ ਹਿੰਦੂ ਤੇ ਮੁਸਲਮਾਨ ਦੀਆਂ ਨਿਮਨ ਸ਼੍ਰੇਣੀਆਂ ਦੇ ਵਿੱਚੋਂ ਆ ਰਹੇ ਨੇ। ਕੋਈ ਹਲਾਲ ਖੋਰ ਹੈ, ਕੋਈ ਚੂੜੀ ਹਾਰਾ, ਕੋਈ ਚਮੜੇ ਦਾ ਕੰਮ ਕਰਨ ਵਾਲਾ, ਤਾਂ ਇਸ ਕਰਕੇ ਅਛੂਤ ਸ਼੍ਰੇਣੀਆਂ ਨਾਲ ਸੰਬੰਧਿਤ ਨੇ। ਇਸ ਕਰਕੇ ਜਿਹੜੇ ਜ਼ਿਆਦਾਤਰ ਇਹ ਜਿਹੜੇ ਅਛੂਤ ਮੰਨੇ ਗਏ ਨੇ ਉਹਨਾਂ ਚੋਂ ਆ ਰਹੇ ਲੋਕ ਨੇ ਤੇ ਇਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਆ। ਹੁਣ ਮੇਰਾ ਸਵਾਲ ਇਹ ਹੈ ਕਿ ਜਿਹੜੀਆਂ ਚਮਤਕਾਰ ਦੀਆਂ ਗੱਲਾਂ ਆ ਰਹੀਆਂ ਜਾਂ ਜਿਹੜੀ ਸਾਡੇ ਜਿਹੜੇ ਵਿਦਵਾਨ ਨੇ ਉਹ ਇਹਨਾਂ ਨੂੰ ਖਾਸ ਤੌਰ ਤੇ ਚਮਤਕਾਰ ਦੇ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ, ਤਾਂ ਮੇਰੇ ਹਿਸਾਬ ਨਾਲ ਜਿਹੜੇ ਇਹਨਾਂ ਦਾ ਸਮਾਜਿਕ ਪੱਖ ਬਣਦਾ ਉਹ ਇਹ ਹੈ ਕਿ ਇਹਨਾਂ ਦੀ ਆਦਮ ਸੰਸਕਾਰ ਨੇ। ਸਾਡੀ ਜਿਹੜੀ ਅਸੀਂ ਜਿਹੜੀ ਅਸੀਂ ਭੱਦਰ ਪੁਰਸ਼ ਦੇ ਰੂਪ ਦੇ ਵਿੱਚ ਕਹਿੰਦੇ ਆ ਕਿ ਉਹ ਜਿਹੜੇ ਲੋਕ ਨੇ ਉਹਨਾਂ ਦੀ ਉਸ ਆਦਮ ਸੰਸਕ੍ਰਿਤੀ ਨੂੰ ਨਹੀਂ ਸਮਝ ਸਕੇ। ਅਸੀਂ ਉਸ ਨੂੰ ਉਸ ਐਂਗਲ ਤੋਂ ਨਹੀਂ ਦੇਖਿਆ ਕਿ ਉਸ ਡਿਬੇਟ ਤੋਂ ਅਸੀਂ ਸਮਝਣ ਦੀ ਉਹਨਾਂ ਨੂੰ ਕੋਸ਼ਿਸ਼ ਨਹੀਂ ਕੀਤੀ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਮੇਰਾ ਇਹ ਸਵਾਲ ਸੀਗਾ ਤੁਹਾਨੂੰ ਕਿ ਇਸ ਐਂਗਲ ਤੋਂ ਜੇ ਅਸੀਂ ਨਾਚ ਜੋਗੀਆਂ ਨੂੰ ਉਸ ਆਦਮ ਸੰਸਕਾਰ ਦੇ ਰੂਪ ਦੇ ਵਿੱਚ ਜਾਂ ਜਿਨ੍ਹਾਂ ਨੂੰ ਅਛੂਤ ਜਾਤੀਆਂ ਮੰਨੀਆਂ ਜਾਂਦੀਆਂ ਉਹਨਾਂ ਦੇ ਚਮਤਕਾਰਾਂ ਨੂੰ ਉਹਨਾਂ ਦੇ ਸ਼ੋਸ਼ਣ ਉਸ ਸਮਾਜਿਕ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਉਹਦੀ ਕੀ ਜਿਹੜੀ ਵਿਚਾਰ ਬਣਦਾ? This I think ਇਹ ਇੱਕ ਆਈਡੀਓਲੋਜੀਕਲ ਭੇੜ ਹੈ। ਆਈਡੀਓਲੋਜੀਕਲ ਭੇੜ ਪਹਿਲਾਂ ਹੈ, ਉਹ ਸੈਕੰਡਰੀ ਹੈ। ਉਹ ਸਵਾਲ ਬਹੁਤ ਵੱਡਾ ਹੈ ਜਿਹੜਾ ਤੁਹਾਡੇ ਵਾਲਾ ਵੀ ਹੈ। ਦੋ ਗੱਲਾਂ ਨੇ ਉਹਦੇ ਨਾਲ ਮੈਂ ਜੋੜ ਰਿਹਾ, ਐਡ ਕਰ ਰਿਹਾ ਕਿ ਇੱਕ ਤਾਂ ਉਹ ਹੈ ਕਿ ਉਹ ਆਰਟੀਜ਼ਨ ਸ਼੍ਰੇਣੀਆਂ ਦੇ ਵਿੱਚੋਂ ਤੁਸੀਂ ਦੇਖੋਗੇ ਕਿ ਮੁੜ ਕੇ ਜਿਸ ਵੇਲੇ ਜਿਹੜੇ ਮੈਂ ਜਨਪਦ ਦੇ ਸੰਤਾਂ ਦੀ ਗੱਲ ਕਰਦਾ, ਨਿਰਗੁਣੇ ਸੰਤਾਂ ਦੀ ਗੱਲ ਕਰਦਾ, ਉਹ ਵੀ ਆਰਟੀਜ਼ਨ ਸ਼੍ਰੇਣੀਆਂ ਦੇ ਵਿੱਚੋਂ ਆ ਰਹੇ ਨੇ। ਪਰ ਉਹ ਉਹਨਾਂ ਦੀ ਅਵਸਥਾ ਕੀ ਹੈ? ਫਿਰ ਦੇਖੋ ਸਮਝਣ ਵਾਲੀ ਗੱਲ ਦੇਖੋ ਕਿਆ ਹੈ। ਇਹ ਬਹੁਤ ਅਹਿਮ ਸਵਾਲ ਤੁਹਾਡਾ ਹੈ। ਸਮਝਣ ਵਾਲੀ ਗੱਲ ਇਹ ਹੈ
कि फिर जे वो आ रहे ने तो सतगुरु कबीर जुलाया जो आ रहे ने तो वो की कह रहे ने कि बुस बुस रोए कबीर की माई ए बारक कैसे जियो रघुराई तनना बुनना तजियो है कबीर। ਅਸੀਂ ਉਹਨਾਂ ਨੂੰ ਜਾਤ ਜੋੜ ਲਿਆ ਉਹਨਾਂ ਦੇ ਕਿੱਤੇ ਨਾਲ ਤੇ ਕਬੀਰ ਕੀ ਕਹਿੰਦੇ ਆ ਕਿ ਤਨਨਾ ਬੁਨਨਾ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ। ਉਹ ਤਾਂ ਹਰੀ ਦੇ ਨਾਮ ਚ ਤਾਂ ਚਿੰਤਨ ਚ ਤਾਂ ਮੰਥਨ ਚ ਤਾਂ ਗਿਆਨ ਚ ਉਤਰ ਗਿਆ, ਉਹਦੀ ਕਿਹੜੀ ਕਾਸਟ ਰਹਿ ਗਈ ਹੈ। ਸਤਿਗੁਰੂ ਰਵਿਦਾਸ ਕਹਿੰਦੇ ਚਮਰਟਾ ਗਾਂਠ ਦਾ ਜਨ ਹੀ, ਉਹ ਚਮਾਰ ਕਾਸਟ ਚੋਂ ਆ ਰਹੇ ਨੇ, ਕਹਿੰਦੇ ਕੱਢਣਾ ਹੀ ਨਹੀਂ ਆਉਂਦਾ। ਚਮਰਟਾ ਗਾਂਠ ਨਾ ਜਨ ਹੀ ਲੋਕ ਗਠਾਵੇ ਪਨ ਹੀ न यार ताए रोपियो है लोग गंठ गंठ खरा बेगूचा हो बिन गाठे जाए पहुंचा बिना गंढे जा पहुंचे। चांदी की सुई रुपए का धागा, क्या बात आ। वो तो बीठल नाल जुड़ गया नामदेव, वो चींबा कित्थों रह गया यार। पर वो आ देखो संघर्ष ਦੇ ਵਿੱਚੋਂ ਹੀ ਚਿੰਤਨ ਨੇ ਪੈਦਾ ਹੁੰਦਾ ਹੈ। ਦਮਿਤ ਜਿਹੜਾ ਹੈ ਉਹ ਲੜ ਰਿਹਾ ਹੁੰਦਾ ਹੈ, ਉਹ ਸੰਘਰਸ਼ ਕਰ ਰਿਹਾ ਹੁੰਦਾ। ਜਿਹਨੇ ਦਮਨ ਕਰਨਾ ਹੁੰਦਾ ਨਾ ਉਹ ਸੰਘਰਸ਼ 'ਚ ਨਹੀਂ ਹੁੰਦਾ, ਉਹ ਚਿੰਤਨ 'ਚ ਨਹੀਂ ਪੈ ਸਕਦਾ ਹੁੰਦਾ। ਉਹ ਲੁੱਟੂ ਧਿਰ ਨੇ ਕਦੇ ਵੀ ਚਿੰਤਨ 'ਚ ਨਹੀਂ ਪੈਣਾ ਹੁੰਦਾ। ਸਹਿ ਨੇ ਤਰਕੀਬਾਂ ਸੋਚਣੀਆਂ ਮੈਂ ਕਿੱਦਾਂ ਬਚਣਾ ਹੈ। ਔਰ ਫਿਰ ਇਹਦੇ ਵਿੱਚ ਇਕੱਲਾ ਇਹ ਵੀ ਨਹੀਂ ਹੁੰਦਾ ਹੈ, ਇੰਨੇ ਭਾਵੁਕ ਮਸਲੇ ਵੀ ਨਹੀਂ ਹੁੰਦੇ ਹੈ। ਜੇ ਕਬੀਰ ਆਉਂਦਾ ਹੈ, ਜੇ ਰੈਦਾਸ ਆਉਂਦਾ ਹੈ, ਜੇ ਨਾਮਦੇਵ ਆਉਂਦਾ ਹੈ ਤਾਂ ਸਾਨੂੰ ਉਹ ਸਾਰੇ ਤੁਰਕ ਮੁਗਲ ਪੀਰੀਅਡ ਨੂੰ ਜਦੋਂ ਅਸੀਂ ਹਿਸਟੋਰੀਕਲ ਪਰਸਪੈਕਟਿਵ ਕਹਿੰਦੇ ਤਾਂ ਫਿਰ ਇੱਥੇ ਦੇਖਣਾ ਪਏਗਾ ਕਿ ਉਹ ਬਾਜਵੀਂ ਸੇਪੀ ਦੀ ਜਗੀਰਦਾਰੀ ਧੌਂਸ ਦੀ ਸੇਪੀ ਇਕਨੋਮਿਕ ਸਿਸਟਮ ਚੋਂ ਨਿਕਲ ਕੇ ਡਾਇਰੈਕਟ ਮੰਡੀ ਦੇ ਨਾਲ ਜੁੜਦੇ ਨੇ ਤਾਂ ਕਬੀਰ ਹੈ, ਤਾਂ ਰਵਿਦਾਸ ਹੈ। ਨਿਤਰੀ ਢੋਂਦਾ ਢੋਰ ਨਿਤ ਹੀ ਬਨਾਰਸ ਆਸ ਪਾਸਾ, ਜੇ ਬਨਾਰਸ ਹੈ ਤਾਂ ਕਬੀਰ ਹੈ, ਰੈਦਾਸ ਹੈ। ਜੇ ਉਹ ਸ਼ਹਿਰੀਕਰਨ ਹੋਇਆ ਹੈ ਤਾਂ ਤੁਸੀਂ ਇਕਨੋਮੀ ਵੱਜਵੀਂ ਇਕਨੋਮੀ ਦੇ ਵਿੱਚੋਂ ਬੰਦੂਗਾ ਇਕਨੋਮੀ ਦੇ ਵਿੱਚੋਂ ਨਿਕਲ ਕੇ ਡਾਇਰੈਕਟ ਮੰਡੀ 'ਚ ਆਪਣਾ ਮਾਲ ਡਿੱਗੀ ਸਿਰ ਤੇ ਰੱਖ ਕੇ ਜਲਾਇਆ ਜਦੋਂ ਜਾਂਦਾ ਨਾ, ਫਿਰ ਉਹ ਆਜ਼ਾਦਾਨਾ ਕੁਛ ਬੋਲ ਪਾ ਰਿਹਾ ਹੁੰਦਾ ਹੈ। ਹਿਸਟੋਰੀਕਲ ਪਰਸਪੈਕਟਿਵ 'ਚ ਸਾਨੂੰ ਉਹ ਵੀ ਦੇਖਣਾ ਸੋਚਣਾ ਪਏਗਾ। ਤੇ ਜਿਹੜੀ ਤੁਸੀਂ ਕਾਸਟ ਵਾਲੀ ਵੀ ਗੱਲ ਕਰਦੇ ਆ, ਉਹ ਫਿਰ ਕਿਤੇ ਨਾ ਕਿਤੇ ਤਾਂ ਉਹ ਤਰੰਟਾਂ ਵੀ ਤਾਂ ਪੈਂਦੀਆਂ ਹੀ ਹੁੰਦੀਆਂ ਨੇ ਭਾਈ। ਫਿਰ ਉਹਨਾਂ ਨੂੰ ਇਹ ਵੀ ਕਹਿਣਾ ਪੈ ਜਾਂਦਾ ਹੈ, ਫਿਰ ਉਹ ਘੜੀਆਂ ਜਾਂਦੀਆਂ ਨੇ ਨਾ ਮਿੱਥਾਂ ਵੀ ਭਾਈ ਇਹ ਕਬੀਰ ਜਿਹੜਾ ਹੈ ਉਹ ਕਿਹਦਾ ਪੁੱਤ ਹੈ, ਅੱਜ ਤੀਕ ਨਹੀਂ ਪਤਾ ਲੱਗਾ। ਉਹ ਬ੍ਰਾਹਮਣੀ ਸੀ, ਕੁਆਰੀ, ਉਹਨੂੰ ਜੰਮ ਗਈ। ਜਲਾਈ ਦੇ ਨਹੀਂ ਪੈਦਾ ਹੋ ਸਕਦਾ ਵਿਦਵਾਨ ਆਦਮੀ। ਜਾਂ ਰਵਿਦਾਸ ਜੀ ਜਦੋਂ ਜਨਮ ਲਿਆ ਤਾਂ ਉਹ ਫਿਰ ਰੋਣ ਲੱਗ ਪਿਆ ਤੇ ਉਹਦੇ ਕੰਨ 'ਚ ਆਣ ਕੇ ਫਿਰ ਪਤਾ ਨਹੀਂ ਕਿਹੜੇ ਬਾਬੇ ਵਿਸ਼ਨੂੰ ਨੇ ਜਾਂ ਕਿਹੜੇ ਅਵਤਾਰ ਨੇ ਕਿਹਾ ਵੀ ਕੋਈ ਗੱਲ ਨਹੀਂ, ਤੂੰ ਪਿੱਛੇ ਕਰਮ ਮਾੜਾ ਕੀਤਾ ਸੀ, ਤੂੰ ਬ੍ਰਾਹਮਣ ਸੀ ਤੇ ਤੈਨੂੰ ਸ਼ਰਾਪ ਮਿਲਿਆ ਸੀ, ਤੂੰ ਸ਼ੂਦਰ ਦੇ ਅਛੂਤ ਤੇ ਅਨਟੱਚੇਬਲ ਦੇ ਘਰ ਜਨਮ ਲਏਗਾ। ਇਹ ਸਾਖੀਆਂ ਵੀ ਫਿਰ ਘੜੀਆਂ ਜਾਂਦੀਆਂ ਨੇ ਕਿਉਂਕਿ ਪਿਛਲੇ ਜਨਮ 'ਚ ਬ੍ਰਾਹਮਣ ਸੀ, ਇਸ ਜਨਮ 'ਚ ਅਛੂਤ ਹੋ ਗਿਆ, ਫਿਰ ਕੀ ਆ ਤਾਂ ਉਹ ਤਾਂ ਵਿਦਵਾਨ ਹੋਏਗਾ ਹੀ ਹੋਏਗਾ। ਅਛੂਤ ਹੋਣਾ ਤਾਂ ਉਹਦਾ ਇੱਕ ਸ਼ਰਾਪ ਉਹਨੂੰ ਮਿਲਿਆ ਹੋਇਆ ਸੀਗਾ ਜਿਹੜਾ ਭੁਗਤਣਾ ਪਿਆ ਹੈ। ਸੋ ਇਹ ਸਾਰੀਆਂ ਕਨਸਪੀਰੇਸੀਜ਼, ਇਸ ਡਿਬੇਟ ਦਾ ਨਾ ਹੋਣਾ, ਨਾ ਤਰ੍ਹਾਂ ਦੇ ਕੰਮ ਆ ਅੱਗੇ, ਉਹ ਵੱਡੇ ਵੱਡੇ ਲੋਕ ਵੀ ਮੰਨਣ ਲਈ ਤਿਆਰ ਨਹੀਂ ਸੀਗੇ ਕਿ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਦੇ ਨਾਂ ਨਾਲ ਜੋੜਿਆ ਜਾਵੇ ਜਾਂ ਨਾ ਜੋੜਿਆ ਜਾਵੇ। ਫਿਰ ਆਧੁਨਿਕ ਕਵੀ ਕਿਹੜਾ ਤੇ ਪਤਾ ਨਹੀਂ ਕੀ ਵਿਦਵਾਨ ਭਰਾਵਾ ਇਹ ਕਰਦੇ ਨੇ, ਕਿਤਾਬਾਂ ਵਾਲੇ ਜਾਂ ਫਿਰ ਉਹ ਜਿਹੜੇ ਵਿਦਵਾਨ ਨੇ ਯੂਨੀਵਰਸਿਟੀਆਂ ਵਾਲੇ ਬੈਠੇ ਨੇ, ਕੰਮ ਤਾਂ ਕਰਦੇ ਹੀ ਨੇ, ਕੁਛ ਤਾਂ ਕਹਿਣਗੇ। ਪਰ ਅਸੀਂ ਤਾਂ ਫਕੀਰ ਮਲੰਗ ਲੋਕ ਆ, ਅਸੀਂ ਤਾਂ ਗਾਈਦਾ ਆ ਇਹਨਾਂ ਨੂੰ, ਹਨਾ, ਥੋੜੀ ਜਿਹੀ ਰੋਟੀ ਖਾਣ ਖਾਤਰ ਕਿਤੇ ਗਜਾ ਕਰਦਿਆਂ ਗਾਈਦਾ ਇਹਨਾਂ ਨੂੰ। ਸੋ ਬਟ ਇਹ ਸਵਾਲ ਤੁਹਾਡਾ ਬਹੁਤ ਅਹਿਮ ਸਵਾਲ ਹੈ। ਇੱਕ ਸਾਡੇ ਸੁਣ ਰਹੇ ਸਰੋਤੇ ਦਾ ਸਵਾਲ ਹੈਗਾ, ਮੈਨੂੰ ਲੱਗਦਾ ਕੋਈ ਸੰਕੇਤ ਤੁਸੀਂ ਲੈਕਚਰ ਦੇ ਦੌਰਾਨ ਹੀ ਕਰਦੇ ਸੀ। ਉਹ ਪੁੱਛ ਰਹੇ ਨੇ ਕਿ ਕਿੱਸਾ ਪੂਰਨ ਭਗਤ ਵਿੱਚ ਵੀ ਗੋਰਖਨਾਥ ਹੈ, ਹੀਰ ਵਿੱਚ ਵੀ ਗੋਰਖਨਾਥ ਹੈ, ਯੂਪੀ 'ਚ ਗੋਰਖਪੁਰ ਵਿੱਚ ਵੀ ਗੋਰਖਨਾਥ ਹੈ। ਇਹ ਜਿਹੜੇ ਸਾਰੇ ਜਿਹੜੇ ਵਿਅਕਤੀ ਨੇ ਉਹ ਇੱਕੋ ਵਿਅਕਤੀ ਹੈ ਜਾਂ ਅਲੱਗ-ਅਲੱਗ ਆ? ਇਹ ਸਵਾਲ ਉਹਨਾਂ ਦਾ ਸੀਗਾ। ਪਰ ਉਸ ਟ੍ਰੈਡੀਸ਼ਨ
ਨੂੰ ਪਰਣਾਏ ਹੋਏ ਹੀ ਉਹ ਗੋਰਖ ਨੇ। ਗੋਰਖ ਉਪਾਧੀ ਹੈ, ਉਹਦੀ ਨਾਥਾਂ ਦੇ ਵਿੱਚ ਇੱਕ ਉਪਾਧੀ ਹੈ। ਜਿਸ ਮਰਹਲੇ ਨੂੰ, ਜਿਸ ਅਵਸਥਾ ਨੂੰ ਉਹ ਲੋਕ ਪਹੁੰਚ ਜਾਂਦੇ ਨੇ, ਜਿੱਥੇ ਜਾ ਕੇ ਉਹ ਗੋਰਖ ਹੋ ਜਾਂਦੇ ਨੇ, ਜਿੱਥੇ ਜਾ ਕੇ ਮਰਨਾ ਮਿੱਠਾ ਲੱਗਣ ਲੱਗ ਪੈਂਦਾ ਹੈ। ਮੈਂ ਤਾਂ ਹੀ ਥੋੜੇ ਜਿਹੇ ਕਈ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਨੇ ਜਿਹਦੇ ਵਿੱਚ ਬਹੁਤ ਡਿਟੇਲ ਚ ਗੱਲ ਕਰਨੀ ਹੁੰਦੀ ਆ। ਸੋ ਆਪਾਂ ਇਹ ਨੋਟ ਰੱਖਿਓ, ਆਪਾਂ ਜੇ ਕਿਤੇ ਫੇਰ ਜੁੜੇ ਤੇ ਗੋਰਖ ਕੀ, ਆਪਾਂ ਗੋਰਖ ਤੇ ਲਾ ਦਿਆਂਗੇ ਅੱਧਾ ਘੰਟਾ, ਗੋਰਖ ਹੈ ਕੀ ਤੇ ਕਿਤੇ ਕਿਤੇ ਕਿਹਦਾ ਗੋਰਖ ਹੈ। ਪਰ ਹਰ ਇੱਕ ਆਪਣੇ ਗੋਰਖ ਤੇ ਦਾਅਵਾ ਕਰਦਾ ਹੈ। ਗੋਰਖ ਹੈ, ਵੈਸੇ ਗੋਰਖ ਹੈ। ਓਸ਼ੋ ਕਹਿੰਦਾ ਹੈ ਕਿ ਉਹ ਅਣਘੜਤ ਹੀਰਾ ਹੈ। ਗੁਰੂ ਨਾਨਕ ਫਿਰ ਘੜਿਆ ਹੀਰਾ ਹੈ, ਕਬੀਰ ਫਿਰ ਘੜਿਆ ਹੋਇਆ ਹੀਰਾ ਹੈ। ਉਹ ਅਣਘੜਤ, ਜਿਹਦੇ ਤੋਂ ਗਾਂ ਹੀਰੇ ਟੁੱਟ ਕੇ ਹੀਰੇ ਨੇ ਵੱਡਾ ਹੀਰਾ ਕੋਹੇ ਨੂਰ ਤੋਂ ਗਾਂ ਤੋੜ ਤੋੜ ਕੇ ਬਣਾਈ ਦੇ। ਗੋਰਖ ਮੂਲ ਹੈ, ਗੋਰਖ ਮੂਲ ਹੈ। ਕਿਤੇ ਉਹਨਾਂ ਦੀ ਬਾਣੀ ਤੇ ਵੀ ਆਪਾਂ ਗੱਲ ਕਰਾਂਗੇ। ਬਹਰਹਾਲ ਉਹਨਾਂ ਦੇ ਸਵਾਲ ਦਾ ਜਵਾਬ ਇਹ ਹੈ ਕਿ ਬਹੁਤ ਨੇ ਗੋਰਖ। ਹਾਂਜੀ ਸਰ, ਇੱਕ ਲਾਸਟ ਸਵਾਲ ਜਿਹੜਾ ਮੈਂ ਤੁਹਾਡੇ ਕੋਲ ਨਾਲ ਕਰਾਂਗਾ ਕਿ ਜਿਹੜੀ ਸਾਡੀ ਮੱਧਕਾਲੀ ਸਾਹਿਤ ਦੀ ਟ੍ਰੈਡੀਸ਼ਨ ਆ ਪੂਰੀ, ਮੱਧਕਾਲ ਦੇ ਵਿੱਚ ਲਿਟਰੇਚਰ ਲਿਖਿਆ ਜਾ ਰਿਹਾ, ਮੱਧਕਾਲ ਦੇ ਵਿੱਚ ਗੁਰਮਤਿ ਕਾਵਿ ਲਿਖਿਆ ਜਾ ਰਿਹਾ, ਕਿੱਸਾ ਕਾਵਿ ਲਿਖਿਆ ਜਾ ਰਿਹਾ, ਸੂਫੀ ਕਾਵਿ ਲਿਖਿਆ ਜਾ ਰਿਹਾ, ਅਸੀਂ ਸੰਤ ਸਾਹਿਤ ਦੇਖ ਸਕਦੇ ਹਾਂ। ਤਾਂ ਇਸ ਟ੍ਰੈਡੀਸ਼ਨ ਦੇ ਵਿੱਚ ਵੈਸੇ ਤੁਸੀਂ ਸੰਕੇਤ ਕੀਤੇ ਪਹਿਲਾਂ, ਮੈਂ ਇਹਦੇ ਵਿੱਚ ਥੋੜਾ ਜਿਹਾ ਵਿਸਥਾਰ ਦੇ ਵਿੱਚ ਜੇ ਤੁਸੀਂ ਦੱਸ ਸਕਦੇ ਹੋ, ਇਸ ਟ੍ਰੈਡੀਸ਼ਨ ਦਾ ਜਿਹੜਾ ਡਾਇਲੌਗ ਹੋ ਰਿਹਾ ਨਾਚ ਜੋਗੀਆਂ ਦੇ ਵਿਚਾਰਧਾਰਾ ਦੇ ਨਾਲ, ਉਹਦੇ ਬਾਰੇ ਸਾਨੂੰ ਥੋੜਾ ਜਿਹਾ ਚਾਨਣਾ ਪਾਓ। ਇਹ ਟ੍ਰੈਡੀਸ਼ਨ ਦੀ ਜਿਹੜੀ ਵਿਚਾਰਧਾਰਾ, ਉਹ ਕਿਵੇਂ ਗੁਰਮਤਿ ਵਿਚਾਰਧਾਰਾ ਨਾਲ ਸੰਵਾਦ ਰਚਾ ਰਹੀ ਆ, ਜਾਂ ਕਿਵੇਂ ਇਹ ਕਿੱਸਾ ਸਾਹਿਤ ਦੇ ਵਿੱਚ ਪੇਸ਼ ਹੋ ਰਹੀ ਆ, ਜਾਂ ਸੰਤ ਸਾਹਿਤ ਦੇ ਵਿੱਚ ਦਾਦੂ ਦੀ ਗੱਲ ਕਰ ਸਕਦੇ ਹਾਂ ਆਪਾਂ, ਜਾਂ ਬਾਕੀ ਸੰਤਾਂ ਦੀ ਗੱਲ ਕਰ ਸਕਦੇ ਹਾਂ, ਉਹ ਚ ਕਿਵੇਂ ਟਰੈਵਲ ਕਰ ਰਹੀ ਆ, ਜਾਂ ਉਹਦੇ ਵਿੱਚੋਂ ਜਿਹੜੀ ਇਹ ਅੱਗੇ ਜਿਹੜੀ ਸਾਡੇ ਸੰਵਾਦ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਿਹਾ ਇਸ ਟ੍ਰੈਡੀਸ਼ਨ ਦੇ ਵਿੱਚੋਂ, ਉਹਦੇ ਬਾਰੇ ਥੋੜਾ ਜਿਹਾ ਸਾਨੂੰ ਵਿਸਤਾਰ ਦੇ ਵਿੱਚ ਗੱਲ ਕਰਨੀ। ਸੰਵਾਦ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਿਹਾ ਇਸ ਟ੍ਰੈਡੀਸ਼ਨ ਦੇ ਵਿੱਚੋਂ, ਉਹਦੇ ਬਾਰੇ ਥੋੜਾ ਜਿਹਾ ਸਾਨੂੰ ਵਿਸਤਾਰ ਦੇ ਵਿੱਚ ਗੱਲ ਕਰਨੀ। ਵਿਸਤਾਰ ਦੀ ਗੁੰਜਾਇਸ਼ ਨਹੀਂ ਹੋਣੀ ਕਿਉਂਕਿ ਬੈਟਰੀ ਨੇ ਮੈਨੂੰ ਕਹਿਤਾ ਹੈ, ਪਰ ਮੈਂ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਗੱਲ ਕਰਨੀ ਚਾਹਾਂਗਾ ਕਿ ਦੇਖੋ, ਬੁੱਧ ਟ੍ਰੈਡੀਸ਼ਨ ਇਜ਼ ਦਿਸ, ਬੁੱਧ, ਸਿੱਧ, ਨਾਥ, ਜੋਗੀ, ਨਿਰਗੁਣੇ ਸੰਤ ਤੇ ਗਾਂ ਸੂਫੀਆਂ ਤੱਕ, ਤੇ ਸੂਫੀਆਂ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ, ਮੈਂ ਸਤਿਗੁਰੂ ਨਾਨਕ ਦੇਵ ਕਿਹਾ ਆ ਜਦੋਂ ਤੁਸੀਂ ਗੁਰਮਤਿ ਕਾਵਿ ਦੀ ਗੱਲ ਕਰਦੇ ਆ, ਤਾਂ ਇਹ ਇੱਕ ਟ੍ਰੈਡੀਸ਼ਨ ਤੁਹਾਨੂੰ ਨਿਰਗੁਣੀ ਟ੍ਰੈਡੀਸ਼ਨ ਜਿਹੜੀ ਆ ਉਹ ਤੁਰੀ ਆਉਂਦੀ ਦਿਖਾਈ ਦਿੰਦੀ ਹੈ, ਤੁਹਾਨੂੰ ਸ਼ਬਦਾਂ ਦੇ ਵਿੱਚੋਂ ਸੁਣਾਈ ਦਿੰਦੀ, ਧੁਨੀਆਂ ਦੇ ਵਿੱਚੋਂ ਵੀ ਸੁਣਾਈ ਦਿੰਦੀ ਆ, ਈਵਨ ਰਾਗਾਂ ਦੇ ਵਿੱਚੋਂ ਵੀ ਸੁਣਾਈ ਦਿੰਦੀ ਹੈ। ਮੈਂ ਸਤਿਗੁਰੂ ਨਾਮਦੇਵ ਦਾ ਰਾਗ ਸੋਰਠ ਚ ਇੱਕ ਸ਼ਬਦ ਪੜ੍ਹ ਰਿਹਾ ਸੀ, ਤੇ ਲਗਭਗ ਉਸੇ ਮਸਤੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਰਾਗ ਸੋਰਠ ਦੇ ਵਿੱਚ ਹੀ ਮੈਂ ਪੜ੍ਹ ਰਿਹਾ ਸੀਗਾ, ਉਹਦੀ ਮੈਂ ਡਿਟੇਲ ਚ ਨਹੀਂ ਜਾ ਸਕਦਾ ਹੁਣ ਇਸ ਟਾਈਮ। ਤਾਂ ਇਹ ਇੱਕ ਟ੍ਰੈਡੀਸ਼ਨ ਹੈ ਜਿਹੜੀ ਮਸਲਨ ਜਦੋਂ ਅਸੀਂ ਰਾਮਾਇਣ ਨੂੰ ਦੇਖਦੇ ਹਾਂ ਤਾਂ ਜਾਤਕ ਕਥਾਵਾਂ ਫਿਰ ਇੱਕ ਟ੍ਰੈਡੀਸ਼ਨ ਹੈ, ਤੇ ਇਹਦੇ ਵਿੱਚੋਂ ਮੈਂ ਲੱਭ ਰਿਹਾ ਸੀ ਕਿ ਜਾਤਕ ਕਥਾਵਾਂ ਦੱਸ ਰਹੀਆਂ ਨੇ ਕਿ ਭਾਈ ਜਿਹੜਾ ਰਾਮ ਦਾ ਬਨਵਾਸ ਹੈ ਮੁੜ ਕੇ ਸਿਲਕ ਰੂਟ ਬਣਦਾ ਹਨਾ, ਤਾਂ ਉਹ ਐਸੇ ਤਰੀਕੇ ਗਾਂ ਤੁਰਦੀਆਂ ਜਾਂਦੀਆਂ ਨੇ। ਸਾਡੇ ਕੋਲ ਪੌਰਾਣਿਕ ਸਾਹਿਤ ਜਾਂ ਉਹ ਸਾਰੇ ਜੋ ਵੀ ਹੈ, ਚਾਰ ਵਾਕੀਆਂ ਦਾ ਸਾਹਿਤ, ਨਿਰਗੁਣੇ ਸੰਤਾਂ ਦਾ ਸਾਹਿਤ, ਤਾਂ ਇਹ ਆਪਣੇ ਟਾਈਮ ਮੁਤਾਬਕ ਸੰਬੋਧਨੀ ਸ਼ੈਲੀ ਬਦਲਦੀ ਹੋਏਗੀ, ਇਹਨਾਂ ਦੀ ਫਾਰਮ ਚ ਕਿਤੇ ਨਾ ਕਿਤੇ ਤਬਦੀਲੀ ਆਉਂਦੀ ਹੋਏਗੀ। ਪਰ ਜਦੋਂ ਸਮਾਜ ਨੂੰ ਦੇਖਦੇ ਨੇ, ਲੜਾਈਆਂ ਨੂੰ ਦੇਖਦੇ ਨੇ, ਤਾਂ ਉਹੀ ਲੜਾਈਆਂ ਜਿਹੜੀਆਂ ਤੁਸੀਂ ਦੇਖਦੇ ਆ ਜੇ ਬੁੱਧਾਂ ਦੀਆਂ ਜ਼ਬਾਨਾਂ ਕੱਟੀਆਂ ਜਾਂਦੀਆਂ, ਫੂਕੇ ਜਾਂਦੇ ਆ, ਤੇ ਇਹਨਾਂ ਨਿਰਗੁਣੇ ਸੰਤਾਂ ਦੀਆਂ ਲੜਾਈਆਂ ਦਾ ਵੀ ਅਸੀਂ ਸਾਰਾ ਹਵਾਲਾ ਦੇ ਸਕਦੇ ਹਾਂ, ਸਤਿਗੁਰੂ ਨਾਨਕ ਦੇਵ ਜੀ ਦੇ ਸੰਘਰਸ਼ਾਂ ਦਾ ਵੀ ਅਸੀਂ ਹਵਾਲਾ ਦੇ ਸਕਦੇ ਹਾਂ, ਸੂਫੀਆਂ ਦੇ ਹਵਾਲੇ ਵੀ ਅਸੀਂ ਦੇ ਸਕਦੇ ਹਾਂ। ਸ਼ਾਹ ਹੁਸੈਨ ਮਸਤੀ ਚ ਨਹੀਂ ਸੀ ਡਿੱਗਿਆ, ਹਾਹੇ ਟੰਗਿਆ ਗਿਆ ਸੀ ਕਿਤੇ, ਫਿਰ ਆਪਾਂ ਉਹਨਾਂ ਦੇ ਹਵਾਲੇ ਦਾ ਜ਼ਿਕਰ ਕਰ ਦਿਆਂਗੇ। ਮਨਸੂਰ ਨੂੰ ਸੂਲੀ ਚਾੜਿਆ ਗਿਆ ਸੀ, ਸ਼ਮਸ ਤਬਰੇਜ਼ ਪੋਸ਼ਲ ਹੋਣੇ ਪੈ ਜਾਂਦੇ ਇਹਨਾਂ ਲੋਕਾਂ ਨੂੰ ਇਹਨਾਂ ਲੜਾਈਆਂ ਦੇ ਵਿੱਚ। ਸੋ ਇੱਕ ਕੰਟੀਨਿਊਏਸ਼ਨ ਆਫ ਥਾਟ, ਇੱਕ ਆਈਡੀਓਲੋਜੀ, ਕਮਿਟਮੈਂਟ, ਸੋਸਾਇਟੀ, ਉਸ ਸਾਰੀ ਦੀ ਸਾਰਾ ਤੁਹਾਨੂੰ ਮਿਲ ਜਾਂਦਾ ਇਹਦੇ ਵਿੱਚ। ਯਾਰ ਲਖਵੀਰ ਕੁਝ ਸੈਕਿੰਡ ਫਿਰ ਤੁਸੀਂ ਭਾਵੇਂ ਲੋਕਾਂ ਦੀਆਂ ਗੱਲਾਂ ਕਰਦੇ ਸਾਡੇ ਵੱਲੋਂ ਬੈਟਰੀ ਦਾ ਜਵਾਬ ਜੀ। ਹਾਂਜੀ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਪਾਂ ਅੱਗੇ ਫਿਰ ਇੱਕ ਲੈਕਚਰ ਪਲਾਨ ਕਰਾਂਗੇ ਜਿਹਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ, ਕਿਉਂਕਿ ਇਹ ਬੜਾ ਮਹੱਤਵਪੂਰਨ ਸਾਡੇ ਤੇ ਸਾਡੀ
ਸਾਡੀ ਪੰਜਾਬੀ ਸਾਹਿਤ ਦੀ ਟ੍ਰੈਡੀਸ਼ਨ ਦੇ ਵਿੱਚ ਜਿਹੜਾ ਨਾਚ ਯੋਗੀਆਂ ਦਾ ਸਾਹਿਤ ਆ, ਭਾਵੇਂ ਉਹ ਪੰਜਾਬੀ ਭਾਸ਼ਾ ਦੇ ਓਰੀਜਨ ਦੇ ਪੱਖ ਤੋਂ ਆ ਜਾਂ ਪੰਜਾਬੀ ਸਾਹਿਤ ਦੇ ਪੱਖ ਤੋਂ ਆ, ਬੜਾ ਮਹੱਤਵਪੂਰਨ ਜਿਹੜੇ ਇਹਦਾ ਵਿਸ਼ਾ ਜਿਹੜਾ ਬਣਦਾ। ਇਹਦੇ ਬਾਰੇ ਪੰਜਾਬੀ ਸਾਹਿਤ ਦੇ ਵਿੱਚ ਵੀ ਕਾਫੀ ਘੱਟ ਗੱਲ ਹੋਈ ਆ, ਗੱਲ ਕਰਨੀ ਬਣਦੀ ਆ। ਸਾਨੂੰ ਉਸ ਪੂਰੀ ਟ੍ਰੈਡੀਸ਼ਨ ਦੇ ਬਾਰੇ ਸਾਨੂੰ ਦੁਬਾਰ ਤੋਂ ਪੜ੍ਹਤ ਕਰਨੀ ਬਣਦੀ ਆ, ਦੁਬਾਰ ਤੋਂ ਖੋਲਣਾ ਜਿਹੜਾ ਇਸ ਟ੍ਰੈਡੀਸ਼ਨ ਨੂੰ ਬਣਦਾ ਕਿ ਸਾਡੇ ਨਾਥ ਯੋਗੀਆਂ ਦਾ ਸਾਹਿਤ ਸਾਡੀ ਜਿਹੜੀ ਮੱਧਕਾਲ ਦੀ ਇੱਕ ਪੂਰੀ ਟ੍ਰੈਡੀਸ਼ਨ ਚੱਲ ਰਹੀ ਆ, ਉਹਦੇ ਵਿੱਚ ਕਿਵੇਂ ਟਰੈਵਲ ਕਰ ਰਿਹਾ ਤੇ ਉਹ ਕਿਵੇਂ ਆਦ ਬਿੰਦੂ ਆ ਜਿਹੜਾ ਮੱਧਕਾਲ ਦਾ ਬਣਦਾ। ਇਹ ਜਿਹੜੀਆਂ ਮਹੱਤਵਪੂਰਨ ਗੱਲਾਂ ਨੇ, ਜਿਹੜੀਆਂ ਆਉਣ ਵਾਲੇ ਲੈਕਚਰ ਦੇ ਵਿੱਚ ਮੈਂ ਸਾਡੇ ਸਰੋਤਿਆਂ ਨੂੰ ਵੀ ਕਹਾਂਗਾ ਕਿ ਅਸੀਂ ਇੱਕ ਲੈਕਚਰ ਹੋਰ ਪਲਾਨ ਕਰਾਂਗੇ ਜਿਹਦੇ ਵਿੱਚ ਇਹ ਗੱਲਾਂ ਅਸੀਂ ਸਾਂਝੀਆਂ ਕਰਾਂਗੇ। ਦੇਸਰਾਜ ਕਾਲੀ ਜੀ ਨੇ ਬੜੀਆਂ ਡਿਟੇਲ ਦੇ ਵਿੱਚ ਜਿਹੜੀਆਂ ਗੱਲਾਂ, ਜਿੰਨਾ ਕੁ ਸਮਾਂ ਸਾਡੇ ਕੋਲ ਸੀ ਉਹਦੇ ਵਿੱਚ ਨਾਥ ਯੋਗੀ ਸਾਹਿਤ ਬਾਰੇ ਗੋਰਖਨਾਥ ਦੇ ਹਵਾਲੇ ਦੇ ਨਾਲ ਉਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ, ਬੜੇ ਵਜਦ ਦੇ ਵਿੱਚ ਆ ਕੇ, ਬੜੇ ਭਾਵਕ ਲਹਿਜੇ ਦੇ ਵਿੱਚ ਉਹਨਾਂ ਨੇ ਆਪਣੀਆਂ ਗੱਲਾਂ, ਕਿਉਂਕਿ ਉਹ ਇਸ ਪਰੰਪਰਾ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ, ਉਹਨੂੰ ਦੇਖ ਰਹੇ ਨੇ, ਪੜ੍ਹ ਰਹੇ ਨੇ। ਪਿੱਛੇ ਜੇ ਜਪਜੀ ਸਾਹਿਬ ਤੇ ਉਹਨਾਂ ਦੀ ਜਿਹੜੀ ਕਿਤਾਬ ਆਈ ਆ ਉਹ ਵੀ ਬੜੀ ਮਹੱਤਵਪੂਰਨ ਹੈ ਇਸ ਨੁਕਤੇ ਤੋਂ। ਜੇ ਅਸੀਂ ਗੱਲ ਕਰੀਏ ਮੱਧਕਾਲ ਦੀ ਟ੍ਰੈਡੀਸ਼ਨ ਨੂੰ ਸਮਝਣ ਦੀ, ਤਾਂ ਬੜੇ ਖੂਬਸੂਰਤ ਵਿਚਾਰ ਜਿਹੜੇ ਸਾਡੇ ਨਾਲ ਦੇਸਰਾਜ ਕਾਲੀ ਜੀ ਨੇ ਸਾਂਝੇ ਕੀਤੇ ਤੇ ਅਸੀਂ ਉਹਨਾਂ ਦਾ ਬੜੇ ਮਸ਼ਕੂਰ ਹਾਂ ਕਿ ਉਹਨਾਂ ਨੇ ਆਪਣੇ ਜਿਹੜੇ ਕੀਮਤੀ ਸਮੇਂ ਤੇ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ। ਮੇਰੇ ਖਿਆਲ ਉਹਨਾਂ ਦੀ ਬੈਟਰੀ ਜਿਹੜੀ ਹੈਗੀ ਨੇ ਉਹ ਖਤਮ ਹੋ ਚੁੱਕੀ ਹੈ ਤੇ ਉਹ ਆਫਲਾਈਨ ਹੋ ਚੁੱਕੇ ਨੇ ਬੜੇ ਵੀ, ਕਿਉਂਕਿ ਉਹਨਾਂ ਦੀ 3 ਅੱਜ ਰਿਕਾਰਡਿੰਗ ਸੀਗੀਆਂ, 3 ਰਿਕਾਰਡਿੰਗ ਦੇ ਵਿੱਚੋਂ ਉਹਨਾਂ ਨੇ ਸਮਾਂ ਕੱਢਿਆ ਤੇ ਉਸ ਸਮੇਂ ਦੇ ਵਿੱਚੋਂ ਨਾਥ ਯੋਗੀ ਸਾਹਿਤ ਦੇ ਬਾਰੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਤੇ ਬੜੀਆਂ ਬਰੀਕੀ ਦੇ ਵਿੱਚ ਗੱਲਾਂ, ਕਿਉਂਕਿ ਇਸ ਪਰੰਪਰਾ ਦੇ ਬਾਰੇ ਲਗਾਤਾਰ ਜਿਹੜੀ ਗੱਲ ਆ ਉਹ ਹੋਣੀ ਚਾਹੀਦੀ ਹੈ ਤੇ ਲਗਾਤਾਰ ਇਸ ਦੇ ਉੱਤੇ ਸੰਵਾਦ ਹੋਣਾ ਜਿਹੜਾ ਜ਼ਰੂਰੀ ਹੈ। ਤੇ ਮੈਂ ਸਾਡੇ ਦੇਸਰਾਜ ਕਾਲੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਡੇ ਸਾਰੇ ਸਰੋਤਿਆਂ ਦਾ ਜਿਹੜੇ ਲਗਾਤਾਰ ਸਾਡੇ ਨਾਲ ਜੁੜੇ ਰਹੇ ਨੇ ਤੇ ਆਪਣੇ ਕਮੈਂਟਾਂ ਦੇ ਰਾਹੀਂ ਸਾਡਾ ਹੌਸਲਾ ਵਧਾਉਂਦੇ ਰਹੇ ਨੇ। ਮੈਂ ਸਮੁੱਚੀ ਦਸ਼ਮੇਸ਼ ਖਾਲਸਾ ਕਾਲਜ ਪਰਿਵਾਰ ਵੱਲੋਂ, ਸਮੁੱਚੇ ਦਸ਼ਮੇਸ਼ ਖਾਲਸਾ ਪਰਿਵਾਰ ਮੁਕਤਸਰ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਹਿਣਾ ਕਿ ਤੁਸੀਂ ਲਗਾਤਾਰ ਇੰਨਾ ਸਮਾਂ, ਲਗਭਗ ਸਵਾ ਘੰਟਾ ਤੁਸੀਂ ਜੁੜੇ ਰਹੇ ਤੇ ਇੰਨੀਆਂ ਕੀਮਤੀ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ। ਮੈਂ ਇੱਕ ਸਾਡੇ ਅਧਿਆਪਕ ਦੋਸਤਾਂ ਨੂੰ ਜਿਹੜੀ ਰਿਕੁਐਸਟ ਕਰਨਾ ਚਾਹਾਂਗਾ ਕਿ ਇਹ ਲੈਕਚਰ ਅਸੀਂ ਖਾਸ ਤੌਰ ਤੇ ਸਿਲੇਬਸੀ ਲੋੜਾਂ ਨੂੰ ਤੇ ਉਹਨਾਂ ਟੌਪਿਕਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਪਲਾਨ ਕੀਤੇ ਨੇ ਜਿਹੜੇ ਆਮ ਵਰਗ, ਜਿਹੜਾ ਪਾਠਕ ਵਰਗ ਆ ਉਹ ਵੀ ਇਸ ਤੋਂ ਲਾਹਾ ਉਠਾ ਸਕੇ। ਤਾਂ ਇਸ ਮੰਚ ਤੋਂ ਵਿਭਿੰਨ ਵੱਖ-ਵੱਖ ਖੇਤਰਾਂ ਦੇ ਵਿੱਚ ਮਾਹਰ ਵਿਦਵਾਨ ਆ ਜਿਹੜੇ ਆਪਣੇ ਵਿਚਾਰ ਸਾਂਝੇ ਕਰਨਗੇ। ਤੁਸੀਂ ਪਲੀਜ਼ ਇਹਨਾਂ ਲੈਕਚਰਾਂ ਨੂੰ ਜਿਹੜੇ ਆਪਣੇ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਨਾ, ਕਿਉਂਕਿ ਇਸ ਕਰੋਨਾ ਦੌਰ ਦੇ ਵਿੱਚ ਇਹਨਾਂ ਲੈਕਚਰਾਂ ਦੀ ਆਪਣੇ ਆਪ ਦੇ ਵਿੱਚ ਇੱਕ ਮਹੱਤਤਾ ਬਣਦੀ ਹੈ ਤੇ ਵਿਦਿਆਰਥੀ ਵੀ ਇਹਨਾਂ ਲੈਕਚਰਾਂ ਤੋਂ ਕੁਝ ਗ੍ਰਹਿਣ ਕਰ ਸਕਣ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਇੱਕ ਵਾਰ ਫਿਰ ਸਾਡੇ ਸਮੁੱਚੇ ਜਿਹੜੇ ਦੋਸਤ ਸਾਡੇ ਨਾਲ ਜੁੜੇ ਹੋਏ ਸੀ, ਦੇਸਰਾਜ ਕਾਲੀ ਜੀ ਤੇ ਸਾਰੇ ਦਸ਼ਮੇਸ਼ ਖਾਲਸਾ ਮੁਕਤਸਰ ਜਿਹੜਾ ਪਰਿਵਾਰ ਆ, ਸਾਡਾ ਸਮੂਹ ਸਟਾਫ, ਪ੍ਰਿੰਸੀਪਲ ਸਾਹਿਬ, ਸਾਡੇ ਕਾਲਜ ਮੈਨੇਜਮੈਂਟ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇੰਨਾ ਲੰਬਾ ਸਮਾਂ ਸਾਡੇ ਨਾਲ ਜੁੜੇ। ਅਗਲਾ ਆਪਾਂ ਫਿਰ ਸਬੱਬ ਬਣਾਵਾਂਗੇ, ਇੱਕ ਅਗਲੇ ਟੌਪਿਕ ਤੇ ਜਲਦੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਦਿੱਤੀ ਜਾਵੇਗੀ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ। ਆਪਾਂ ਇਸੇ ਤਰ੍ਹਾਂ ਜਿਹੜਾ ਸੰਵਾਦ ਆ ਉਹ ਸਿਰਜਦੇ ਰਹਾਂਗੇ ਤੇ ਵਿਦਿਆਰਥੀ ਤੇ ਸਾਡਾ ਪਾਠਕ ਵਰਗ ਆ ਉਹ ਇਸ ਤੋਂ ਲਾਹਾ ਲੈਂਦਾ ਰਹੇਗਾ। ਬਹੁਤ-ਬਹੁਤ ਧੰਨਵਾਦ।